ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਤੁਹਾਡੀ ਸੇਵਾ ਵਿੱਚ ਪਹਿਲੀ ਕਿਤਾਬ ਸਿੰਘ ਸਭਾ ਦਾ ਮੋਢੀ ਅਰਥਾਤ ਜੀਵਨ ਬਿਰਤਾਂਤ ਗਿਆਨੀ ਦਿੱਤ ਸਿੰਘ ਜੀ, ਇਹਦੇ ਪ੍ਰਕਾਸ਼ਕ ਨੇ ਦਲਜੀਤ ਸਿੰਘ BA ਪ੍ਰਧਾਨ, ਸ਼੍ਰੋਮਣੀ ਖਾਲਸਾ ਬਰਾਦਰੀ ਪ੍ਰਬੰਧਕ ਕਮੇਟੀ, ਚੌਂਕ ਭਾਰਦਵਾਸ, ਅੰਮ੍ਰਿਤਸਰ। ਇਹ ਕਿਤਾਬ 1951 ਦੇ ਵਿੱਚ ਛਪੀ ਸੀ। ਇਹਦੇ ਮੁੱਖਬੰਦ ਵਿੱਚ ਪ੍ਰਸ਼ੰਸਾ ਵੱਲੋਂ ਪੰਥ ਦੇ ਪ੍ਰਸਿੱਧ ਲੀਡਰ ਸਰਦਾਰ-ਏ-ਆਜ਼ਮ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ, ਭਾਈ ਦਿੱਤ ਸਿੰਘ ਜੀ ਗਿਆਨੀ ਨੇ ਆਪਣਾ ਸਾਰਾ ਜੀਵਨ ਪੰਥ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਅਥਵਾ ਛੂਤ-ਛਾਤ ਦਾ ਖਾਤਮਾ ਕਰਨ ਤੇ ਪੰਥ ਦੀ ਆਜ਼ਾਦ ਹਸਤੀ ਨੂੰ ਸਥਿਰ ਰੱਖਣ ਲਈ ਅਰਪਣ ਕੀਤਾ ਸੀ। ਐਸੇ ਪੰਥਕ ਹਿਤੈਸ਼ੀ ਦੇ ਜੀਵਨ ਦੀ ਦੇਰ ਤੋਂ ਲੋੜ ਭਾਸ ਸੀ। ਸਰਦਾਰ ਦਲਜੀਤ ਸਿੰਘ BA ਨੇ ਭਾਈ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਲਿਖਣ ਵਿੱਚ ਅਤੀ ਸ਼ਲਾਘਾਯੋਗ ਉੱਦਮ ਕੀਤਾ ਹੈ। ਉਹਨਾਂ ਦੇ ਪਵਿੱਤਰ ਜੀਵਨ ਤੋਂ ਜਾਣੂ ਹੋਣਾ ਹਰ ਸਿੱਖ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਸੰਗਤ ਇਸ ਉੱਦਮ ਵਿੱਚ ਸਰਦਾਰ ਦਲਜੀਤ ਸਿੰਘ ਜੀ ਹੋਣਾ ਦਾ ਹੌਸਲਾ ਵਧਾਉਣ। ਦਾਸ ਤਾਰਾ ਸਿੰਘ ਮਾਸਟਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ। ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪ੍ਰਸ਼ੰਸਾ ਪੱਤਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਛੂਤ ਉਧਾਰ ਦੇ ਪ੍ਰਚਾਰ ਲਈ ਜੋ ਪ੍ਰੋਗਰਾਮ ਜਾਰੀ ਹੈ, ਗਿਆਨੀ ਦਿੱਤ ਸਿੰਘ ਜੀ ਨੇ ਇਸੇ ਪ੍ਰੋਗਰਾਮ ਨੂੰ ਅੱਜ ਤੋਂ ਢੇਰ ਚਿਰ ਪਹਿਲਾਂ ਜਾਰੀ ਕੀਤਾ ਹੋਇਆ ਸੀ। ਉਹਨਾਂ ਨੇ ਨੰਗੇ ਧੜ ਅਨੇਕਾਂ ਤਸੀਹੇ ਸਹਾਰ ਕੇ ਅਛੂਤ ਉਧਾਰ ਦਾ ਪ੍ਰਚਾਰ ਕੀਤਾ। ਗੁਰਦੁਆਰਿਆਂ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਹਿੱਤ, ਸਿੱਖਾਂ ਵਿੱਚੋਂ ਗੁਰੂ ਡੰਮ ਦੇ ਪ੍ਰਚਾਰ ਨੂੰ ਖਤਮ ਕਰਨ ਹਿੱਤ ਤੇ ਨਿਰੋਲ ਗੁਰਮਤਿ ਦੇ ਪ੍ਰਚਾਰ ਲਈ ਆਪ ਨੇ ਜੋ ਘਾਲ ਘਾਲੀ, ਉਹ ਸਿੱਖ ਹਿਸਟਰੀ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਮੈਨੂੰ ਖੁਸ਼ੀ ਹੋਈ ਹੈ ਕਿ ਅਜਿਹੇ ਮਹਾਨ ਆਗੂ ਦਾ ਜੀਵਨ ਬਿਰਤਾਂਤ ਪ੍ਰਕਾਸ਼ਿਤ ਹੋ ਗਿਆ ਹੈ, ਜਿਸ ਦੀ ਬੜੇ ਚਿਰ ਤੋਂ ਲੋੜ ਭਾਸ ਸੀ। ਪੰਥ ਇਸ ਜੀਵਨ ਤੋਂ ਲਾਭ ਪ੍ਰਾਪਤ ਕਰੇਗਾ। ਜਥੇਦਾਰ ਚੰਨਨ ਸਿੰਘ ਉਰਾੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਤਖਤਕਾ। ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਜਨਮ ਅਤੇ ਬਚਪਨ, ਗੁਲਾਬ ਦਾਸੀ ਜੀਵਨ ਦੀ ਝਲਕ, ਆਰੀਆ ਸਮਾਜ ਵਿੱਚ ਸਿੰਘ ਸਭਾ ਲਹਿਰ ਦੀ ਚੜ੍ਹਤ, ਬਹਿਸ ਸ਼ਕਤੀ, ਖਾਲਸਾ ਅਖਬਾਰ ਤੇ ਪ੍ਰੈਸ, ਖਾਲਸਾ ਕਾਲਜ, ਪੰਥ ਸੇਵਾ, ਸਿੱਖ ਰਾਜ ਦੇ ਪਿੱਛੋਂ ਫੌਜੀ ਵੀਰਾਂ ਨਾਲ ਪਿਆਰ, ਸਿੰਘ ਸਭੀਆਂ ਦੀ ਪਾਰਟੀਬਾਜੀ, ਗਿਆਨੀ ਜੀ ਦੀ ਲੇਖਣੀ, ਖਾਲਸਾ ਬਰਾਦਰੀ, ਗਿਆਨੀ ਜੀ ਦੇ ਸਾਥੀ, ਵਿਆਹ ਤੇ ਸੰਤਾਨ, ਵਿਛੋੜੇ ਦਾ ਸੱਲ ਤੇ ਯਾਦਗਾਰਾਂ, ਅੰਤਕਾ ਸ਼੍ਰੋਮਣੀ ਖਾਲਸਾ ਬਰਾਦਰੀ। ਇੱਕ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਣ ਪਛਾਣ। ਸਰਦਾਰ ਦਲਜੀਤ ਸਿੰਘ ਜੀ ਨੇ ਆਪਣੀ ਰਚਿਤ ਪੁਸਤਕ ਜੀਵਨ ਗਿਆਨੀ ਦਿੱਤ ਸਿੰਘ ਜੀ ਭੇਜਿਆ ਹੈ ਕਿ ਮੈਂ ਇਸ ਸੰਬੰਧੀ ਕੁਝ ਲਿਖਾਂ। ਮੈਂ ਇਸ ਪੁਸਤਕ ਨੂੰ ਆਦਿ ਤੋਂ ਅੰਤ ਤੱਕ ਵਾਚਿਆ ਹੈ। ਗਿਆਨੀ ਦਿੱਤ ਸਿੰਘ ਜੀ ਵਰਗੇ ਮਰਦ ਦਾ ਜੀਵਨ ਹੁਣ ਤੱਕ ਨਾ ਛਪਣਾ ਇੱਕ ਭਾਰੀ ਘਾਟ ਸੀ, ਜਿਸ ਨੂੰ ਸਰਦਾਰ ਦਲਜੀਤ ਸਿੰਘ ਹੁਰਾਂ ਨੇ ਪੂਰਾ ਕਰ ਦਿੱਤਾ ਹੈ। ਇਸ ਲਈ ਇਸ ਪ੍ਰੀਸ਼ਮ ਬਦਲੇ ਉਹਨਾਂ ਦੀ ਜਿੰਨੀ ਵੀ ਅਤਿਕ ਪ੍ਰਸ਼ੰਸਾ ਕੀਤੀ ਜਾਵੇ ਯੋਗ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਗਿਰਦ ਅਨਮਤੀਆਂ ਦਾ ਇੱਕ ਜਾਲ ਤਣਿਆ ਹੋਇਆ ਸੀ। ਇਸ ਲਈ ਉਹਨਾਂ ਦੀ ਖਾਹਿਸ਼ ਹੋਣ ਦੇ ਬਾਵਜੂਦ ਵੀ ਨਿਰੋਲ ਗੁਰਮਤਿ ਦਾ ਕੋਈ ਪ੍ਰਚਾਰ ਨਹੀਂ ਹੋ ਸਕਿਆ। ਪਰ ਉਹਨਾਂ ਦੇ ਅੱਖਾਂ ਮੀਟਣ ਤੋਂ ਬਾਅਦ ਸਿੱਖੀ ਨੂੰ ਢਾਹ ਹੀ ਲੱਗ ਗਈ ਤੇ ਅੰਗਰੇਜ਼ਾਂ ਦੇ ਰਾਜ ਸੰਭਾਲਣ ਦੇ ਨਾਲ ਹੀ ਵਿਰੋਧੀਆਂ ਨੇ ਸਿੱਖੀ ਪਰ ਚੌਂ ਪਾਸਿਓਂ ਹਮਲੇ ਸ਼ੁਰੂ ਕਰ ਦਿੱਤੇ। ਇੱਕ ਪਾਸੇ ਈਸਾ ਮਸੀਹ ਦੇ ਚੇਲੇ ਹਕੂਮਤ ਦੇ ਰਸੂਖ ਨਾਲ ਪਿੰਡਾਂ ਵਿੱਚ ਭੋਲੇ ਭਾਲੇ ਗੁਰਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲੱਗ ਪਏ। ਦੂਜੇ ਪਾਸੇ ਸਵਾਮੀ ਦਇਆਨੰਦ ਦੇ ਚਾਟੜੇ ਆਪਣੀਆਂ ਜ਼ੋਰਦਾਰ ਤਕਰੀਰਾਂ ਦੁਆਰਾ ਪ੍ਰੇਮੀਆਂ ਨੂੰ ਗੁੰਮਰਾਹ ਕਰਨ ਵਿੱਚ ਜੁਟ ਪਏ। ਤੀਜੇ ਪਾਸੇ ਬ੍ਰਾਹਮਣੀ ਮੱਤ ਵਾਲੇ ਆਪਣਾ ਹਲਵਾ ਮੰਡਾ ਕਾਇਮ ਰੱਖਣ ਦੀ ਖਾਤ ਪਿਤਾ ਪੁਰਖੀ ਦਾ ਢੰਡੋਰਾ ਪਿੱਟ ਕੇ ਗੁਰੂ ਸ਼ਰਧਾਲੂਆਂ ਨੂੰ ਉਲਟ ਮਾਰਗ ਚਲਾਉਣ ਦਾ ਦਈਆ ਬੰਨ੍ਹ ਬੈਠੇ। ਤੇ ਚੌਥੇ ਪਾਸੇ ਗੁਰੂ ਡੰਮ ਦਾ ਅਡੰਬਰ ਰਚ ਕੇ ਅਨੇਕ ਗੁਰਮੁਖਾਂ ਨੂੰ ਆਪਣੇ ਪੈਰ ਪੁਜਾਉਣ ਵਾਲੇ ਰੱਦੀਦਾਰ ਆਪਣਾ ਪਸਾਰਾ ਪਸਾਰ ਕੇ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀਆਂ ਸਕੀਮਾਂ ਘੜਨ ਲੱਗ ਪਏ। ਐਸੇ ਡਰਾਉਣੇ ਤੇ ਨਿਰਾਸ਼ਤਾ ਭਰੇ ਸਮੇਂ ਵਿੱਚ ਜਦ ਕਿ ਸਿੱਖਾਂ ਦੀ ਕੋਈ ਜਥੇਬੰਦੀ ਨਹੀਂ ਸੀ ਤੇ ਸਾਰੇ ਅਮੀਰ ਵਿਦਵਾਨ ਅਤੇ ਆਪਣੇ ਆਪ ਨੂੰ ਉੱਚ ਜਾਤੀ ਸਦਾਉਣ ਵਾਲੇ ਸਿੱਖ ਬ੍ਰਾਹਮਣੀ ਗਲਬੇ ਵਿੱਚ ਦੱਬੇ ਮਨਮਤਾਂ, ਵਹਿਮਾਂ ਅਤੇ ਭਰਮਾਂ ਵਿੱਚ ਫਸੇ ਹੋਏ ਸਨ ਔਰ ਅਹੰਕਾਰ ਵਿੱਚ ਗਲਤਾਨ ਸਨ। ਤੇ ਸਤਿਗੁਰ ਨੇ ਇਹਨਾਂ ਅਹੰਕਾਰੀਆਂ ਦਾ ਅਹੰਕਾਰ ਤੋੜਨ ਵਾਸਤੇ ਆਪਣੇ ਜੇ ਸੇਵਕ
ਨੂੰ ਜਸ ਦਾ ਟਿਕਾਣਾ ਦੇਣਾ ਸੀ, ਉਸ ਦਾ ਜਨਮ ਇੱਕ ਕੱਪੜੇ ਉੰਨਣ ਵਾਲੇ ਕਿਰਤੀ ਭਾਈ ਦੀਵਾਨ ਸਿੰਘ ਦੇ ਸਿਰ ਦਿੱਤਾ। ਅਰਥਾਤ ਗਿਆਨੀ ਜੀ ਨੇ ਐਸੀ ਸ਼੍ਰੇਣੀ ਦੇ ਗੁਰਮੁਖ ਦੇ ਘਰ ਜਨਮ ਲਿਆ ਜਿਸ ਵਾਸਤੇ ਆਪਣੇ ਆਪ ਨੂੰ ਉੱਚੀ ਕੁੱਲ ਸਮਝਣ ਵਾਲੇ ਵਿਦਵਾਨਾਂ ਅਥਵਾ ਮਹਾਤਮਾ ਪਾਸੋਂ ਵਿੱਦਿਆ ਪ੍ਰਾਪਤ ਕਰਨੀ ਤਾਂ ਇੱਕ ਪਾਸੇ ਰਹੀ, ਸੰਗਤ ਕਰਨੀ ਵੀ ਅਸੰਭਵ ਸੀ। ਇਹੋ ਜਿਹੀ ਹਾਲਤ ਵਿੱਚ ਗਿਆਨੀ ਜੀ ਦਾ ਇੰਨੀ ਉੱਚੀ ਵਿੱਦਿਆ ਪ੍ਰਾਪਤ ਕਰ ਲੈਣੀ ਇੱਕ ਕਰਾਮਾਤ ਵਾਲੀ ਗੱਲ ਸੀ। ਅਸੀਂ ਜਿੰਨੇ ਵੀ ਆਗੂ ਜਾਂ ਲੀਡਰ ਦੇਖੇ ਜਾਂ ਸੁਣੇ, ਉਹਨਾਂ ਵਿੱਚੋਂ ਕਈ ਤਾਂ ਕੇਵਲ ਚੰਗਾ ਬੋਲ ਸਕਦਾ ਅਤੇ ਕੋਈ ਸਿਰਫ ਚੰਗਾ ਲਿਖ ਸਕਦਾ, ਪਰ ਅਸੀਂ ਜਦ ਇਸ ਪੁਸਤਕ ਵਿੱਚ ਪੜ੍ਹਿਆ ਕਿ ਗਿਆਨੀ ਜੀ ਦੀਆਂ ਤਕਰੀਰਾਂ ਦਾ ਇੰਨਾ ਅਸਰ ਹੋਇਆ ਕਿ ਖਾਲਸਾ ਪੰਥ ਜਾਗ ਉੱਠਿਆ ਅਤੇ ਸਿੰਘ ਸਭਾ ਜਿਹੀ ਜਥੇਬੰਦੀ ਕਾਇਮ ਹੋ ਗਈ, ਪਿੰਡ ਪਿੰਡ ਵਿੱਚ ਗੁਰਮਤਿ ਦਾ ਡੰਕਾ ਵੱਜ ਗਿਆ ਅਤੇ ਪ੍ਰਵਾਹ ਤੁਰ ਪਿਆ। ਇਸ ਦੇ ਨਾਲ ਹੀ ਪੰਥ ਵਿਰੋਧੀ ਧੜਿਆਂ ਵਿੱਚੋਂ ਸਭ ਤੋਂ ਤਕੜੇ ਆਰੀਆ ਸਮਾਜੀਆਂ ਦੇ ਮੋਢੀ ਸਵਾਮੀ ਦਇਆਨੰਦ ਨੇ ਧਰਮ ਚਰਚਾ ਵਿੱਚ ਗਿਆਨੀ ਜੀ ਤੋਂ ਬੁਰੀ ਤਰ੍ਹਾਂ ਹਾਰ ਖਾਧੀ ਤਾਂ ਯਕੀਨ ਹੋ ਗਿਆ ਕਿ ਉਹ ਤਕਰੀਰ ਕਰਨ ਵਿੱਚ ਉਸ ਸਮੇਂ ਲਾਸਾਨੀ ਸਨ। ਇਸ ਦੇ ਨਾਲ ਹੀ ਜਦ ਸਾਨੂੰ ਪਤਾ ਲੱਗਾ ਕਿ ਆਪਣੇ ਲਗਭਗ 50 ਪੁਸਤਕਾਂ, ਹਰ ਇੱਕ ਮਜ਼ਮੂਨ ਪਰ ਬੜੇ ਗੰਭੀਰ ਵਿਚਾਰਾਂ ਕਰਨ ਵਾਲੀਆਂ ਲਿਖੀਆਂ ਅਤੇ ਕਈ ਸਾਲ ਖਾਲਸਾ ਅਖਬਾਰ ਨੂੰ ਯੋਗਤਾ ਨਾਲ ਐਡਿਟ ਕਰਦੇ ਰਹੇ, ਤਾਂ ਨਿਸ਼ਚਾ ਹੋ ਗਿਆ ਕਿ ਆਪ ਬੜੇ ਤਕੜੇ, ਉੱਚੇ ਅਤੇ ਸਫਲ ਲਿਖਾਰੀ ਸਨ, ਜਿਸ ਦਾ ਭਾਵ ਇਹ ਹੋਇਆ ਕਿ ਆਪ ਵਿੱਚ ਲਿਖਣ ਅਤੇ ਬੋਲਣ ਦੇ ਦੋਨੋਂ ਗੁਣ ਭਰਪੂਰ ਸਨ। ਇਸ ਦੇ ਨਾਲ ਹੀ ਆਪ ਨੇ ਜਿੱਥੇ ਆਪਣੀਆਂ ਤਕਰੀਰਾਂ ਅਤੇ ਤਹਿਰੀਰਾਂ ਦੁਆਰਾ ਪੰਜਾਬ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਅਵਸਥਾ ਉੱਚੀ ਕੀਤੀ, ਉੱਥੇ ਸਿੱਖ ਨੌਜਵਾਨਾਂ ਦੀ ਵਿੱਦਿਅਕ ਉੱਨਤੀ ਵਾਸਤੇ ਆਪਣੇ ਸਾਥੀਆਂ ਅੱਗੇ ਕਾਲਜ ਕਾਇਮ ਕਰਨ ਦੀ ਸਕੀਮ ਰੱਖੀ, ਜਿਸ ਦਾ ਸਿੱਟਾ ਖਾਲਸਾ ਕਾਲਜ ਅੰਮ੍ਰਿਤਸਰ ਕਾਇਮ ਹੋ ਗਿਆ। ਗਿਆਨੀ ਜੀ ਨੇ ਆਪਣੇ ਜੀਵਨ ਵਿੱਚ ਪੰਥ ਲਈ ਹਰ ਪਹਿਲੂ ਤੋਂ ਬਹੁਮੁੱਲੀ ਅਤੇ ਸਦਾ ਯਾਦ ਰੱਖਣ ਵਾਲੀ ਸੇਵਾ ਕੀਤੀ। ਪੰਥ ਨੇ ਵੀ ਉਹਨਾਂ ਨਾਲ ਇਤਨਾ ਪਿਆਰ ਕੀਤਾ ਕਿ ਉਹਨਾਂ ਦੇ ਵਿਛੋੜੇ ਪਿੱਛੋਂ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਉਹਨਾਂ ਦੇ ਨਾਮ ਪਰ ਪਾਠਸ਼ਾਲਾ ਖੋਲ੍ਹੀਆਂ, ਲਾਇਬ੍ਰੇਰੀਆਂ ਕਾਇਮ ਕੀਤੀਆਂ, ਵਿਦਿਆਰਥੀਆਂ ਨੂੰ ਹਰ ਸਾਲ ਮੈਡਲ ਦੇਣ ਦਾ ਪ੍ਰਬੰਧ ਕੀਤਾ ਅਤੇ ਮਾਸਕ ਪੱਤਰ ਜਾਰੀ ਕੀਤੇ। ਉਹਨਾਂ ਦੀ ਯਾਦਗਾਰ ਕਾਇਮ ਕਰਨ ਲਈ ਲਾਹੌਰ ਵਿੱਚ ਜੋ ਭਾਈ ਦਿੱਤ ਸਿੰਘ ਟਰੱਸਟ ਕਾਇਮ ਹੋਇਆ, ਉਸਨੇ ਉਹਨਾਂ ਦੇ ਸਪੁੱਤਰ ਬਲਦੇਵ ਸਿੰਘ ਨੂੰ ਡਾਕਟਰੀ ਦੀ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਵਲਾਇਤ ਭੇਜ ਕੇ ਕਾਮਯਾਬ ਬਣਾਇਆ। ਘੋੜਾ ਹਸਪਤਾਲ ਦੇ ਸਾਹਮਣੇ ਸੰਤ ਨਗਰ ਲਾਹੌਰ ਵਿੱਚ ਕਈ ਕਨਾਲ ਜ਼ਮੀਨ ਖਰੀਦ ਕੇ ਸ਼ਾਨਦਾਰ ਬਿਲਡਿੰਗ ਬਣਾ ਕੇ ਗਿਆਨੀ ਦਿੱਤ ਸਿੰਘ ਜੀ ਖਾਲਸਾ ਬੋਰਡਿੰਗ ਹਾਊਸ ਕਾਇਮ ਕੀਤਾ, ਜਿਸ ਤੋਂ ਅਨੇਕ ਲੋੜਵੰਦ ਸੱਜਣ ਲਾਭ ਪ੍ਰਾਪਤ ਕਰਦੇ ਰਹੇ। ਸਮੂਹ ਖਾਲਸਾ ਪੰਥ ਨੂੰ ਜਿੱਥੇ ਗਿਆਨੀ ਜੀ ਦੀ ਉੱਚੀ ਹਸਤੀ ਪਰ ਬਹੁਤ ਮਾਣ ਹੈ, ਉੱਥੇ ਮੈਨੂੰ ਇੱਕ ਖਾਸ ਰਲ ਕਰਕੇ ਬੜਾ ਮਾਣ ਹੈ। ਉਹ ਇਹ ਕਿ ਜਿਸ ਓਰੀਐਂਟਲ ਕਾਲਜ ਲਾਹੌਰ ਵਿੱਚ ਗਿਆਨੀ ਜੀ ਨੇ ਵਿੱਦਿਆ ਪ੍ਰਾਪਤ ਕੀਤੀ, ਗਿਆਨੀ ਪਦ ਦੀ ਵਡਿਆਈ ਹਾਸਲ ਕੀਤੀ, ਫਿਰ ਉਸੇ ਹੀ ਕਾਲਜ ਵਿੱਚ ਪ੍ਰੋਫੈਸਰ ਨਿਯਤ ਹੋ ਕੇ ਕਈ ਸਾਲ ਵਿਦਿਆਰਥੀਆਂ ਨੂੰ ਵਿੱਦਿਆ ਦਾਨ ਦਿੰਦੇ ਰਹੇ। ਉਸੇ ਓਰੀਐਂਟਲ ਕਾਲਜ ਲਾਹੌਰ ਵਿੱਚ ਦਾਸ ਨੂੰ ਗਿਆਨੀ ਜੀ ਵਾਲੀ ਪ੍ਰੋਫੈਸਰੀ ਦਾ ਸੇਵਾ ਦਾ ਸੁਭਾਗ 1932 ਤੋਂ ਪ੍ਰਾਪਤ ਹੋਇਆ। ਇਸ ਪੁਸਤਕ ਵਿੱਚ ਜਿੱਥੇ ਗਿਆਨੀ ਜੀ ਦਾ ਜੀਵਨ ਸੰਕਲਿਤ ਕੀਤਾ ਹੋਇਆ ਹੈ, ਉੱਥੇ ਚੀਫ ਖਾਲਸਾ ਦੀਵਾਨ, ਅਕਾਲੀ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਅੰਦੋਲਨਾਂ ਵਿੱਚ ਗਿਆਨੀ ਜੀ ਦੀ ਸ਼੍ਰੇਣੀ ਅਥਵਾ ਸਿੱਖਾਂ ਵਿੱਚੋਂ ਆਖੀਆਂ ਜਾਂਦੀਆਂ ਪਿੱਛੇ ਰਹੀਆਂ ਸ਼੍ਰੇਣੀਆਂ ਵੱਲੋਂ ਸਾਂਝੇ ਉੱਦਮ ਅਤੇ ਸੇਵਾ ਦਾ ਸੰਖੇਪ ਵਿੱਚ ਕੀਮਤੀ ਇਤਿਹਾਸ ਦੱਸਿਆ ਗਿਆ ਹੈ, ਜਿਸ ਤੋਂ ਇਸ ਪੁਸਤਕ ਦੇ ਲੇਖਕ ਦੀ ਮਿਹਨਤ ਬੜੀ ਸ਼ਲਾਘਾਯੋਗ ਹੈ। ਦਾਸ ਖਜਾਨ ਸਿੰਘ ਗਿਆਨੀ ਅੰਮ੍ਰਿਤਸਰ। ਆਪਣੇ ਵੱਲੋਂ ਜਦੋਂ ਹਿੰਦੂਆਂ ਵਿੱਚ ਜਾਤ ਅਭਿਮਾਨ ਬਹੁਤ ਵੱਧ ਗਿਆ ਸੀ, ਬ੍ਰਾਹਮਣ ਖੱਤਰੀ ਬਹੁਤ ਹੰਕਾਰੀ ਹੋ ਗਏ ਸਨ, ਆਪਣੀ ਜਾਤੀ ਧਰਮ ਤੋਂ ਹੀਨ ਲੋਕ ਵੀ ਛੋਟੀਆਂ ਜਾਤੀਆਂ ਨੂੰ ਸਾਹ ਨਹੀਂ ਸਨ ਲੈਣ ਦਿੰਦੇ, ਉਹਨਾਂ 'ਤੇ ਵੱਡੇ ਅਤਿਆਚਾਰ ਕਰਨ 'ਤੇ ਤੁਲ ਗਏ ਸਨ। ਇਸ ਲਈ ਉਹ ਬਹੁਤ ਦੁਖੀ ਅਤੇ ਤੰਗ ਸਨ। 8ਵੀਂ ਸਦੀ ਦੇ ਆਰੰਭ ਵਿੱਚ ਕੁਝ ਅਰਬ ਅਤੇ ਕਰੋੜਾਂ ਦੀ ਬਾਦਸ਼ਾਹੀ ਮਿਟਾ ਕੇ ਦੀਪਾਲਪੁਰ ਤੱਕ ਸਾਰੇ ਸਿੰਧ ਉੱਤੇ ਆਪਣਾ ਰਾਜ ਜਮਾ ਲਿੱਤਾ ਅਤੇ ਉਹਨਾਂ ਆਮ ਲੋਕਾਂ ਨੂੰ ਅਮਲਾਂ ਨਾਲ ਦੱਸ ਦਿੱਤਾ ਕਿ ਬ੍ਰਾਹਮਣ ਖੱਤਰੀਆਂ ਨਾਲੋਂ ਅਰਬ ਜ਼ਿਆਦਾ ਸਿਆਣੇ ਅਤੇ ਬਹਾਦਰ ਸਨ। ਫਿਰ 3 ਸਦੀਆਂ ਮਗਰੋਂ 11ਵੀਂ ਸਦੀ ਦੇ ਆਰੰਭ ਵਿੱਚ ਤੁਰਕ ਮੁਸਲਮਾਨਾਂ ਅਤੇ ਅਫਗਾਨਿਸਤਾਨ ਵਿੱਚੋਂ ਬ੍ਰਾਹਮਣ ਖੱਤਰੀਆਂ ਨੂੰ ਕੱਢ ਕੇ ਪੰਜਾਬੀ ਫਤਿਹ ਕਰ ਲਿਆ ਅਤੇ ਸਤਲੁਜ ਤੱਕ ਗਜਨੀ ਨਾਲ ਸਾਰਾ ਪੰਜਾਬ ਮਿਲਾ ਲਿਆ। ਜਦ ਤੋਂ ਇੱਥੇ ਤੁਰਕਾਂ ਦਾ ਰਾਜ ਹੋਇਆ, ਹਿੰਦੂਆਂ ਦਾ ਧਰਮ ਕਰਮ ਬੰਦ ਹੋ ਗਿਆ ਸੀ। ਮੰਦਰ ਗਿਰਾ ਦਿੱਤੇ ਗਏ ਅਤੇ ਮੂਰਤੀਆਂ ਤੋੜ ਦਿੱਤੀਆਂ ਗਈਆਂ। ਸ਼ਾਸਤਰਾਂ ਦੀ ਕਥਾ ਬੰਦ ਕਰ ਦਿੱਤੀ ਗਈ। ਅਫਗਾਨੀ ਹਿੰਦੂ ਸਭ ਮੁਸਲਮਾਨ ਬਣ ਗਏ ਅਤੇ ਪੰਜਾਬ ਦੇ ਹਿੰਦੂ ਵੀ ਬਹੁਤ ਸਾਰੇ ਮੁਸਲਮਾਨ ਹੋ ਗਏ ਅਤੇ ਰਹਿੰਦੇ ਖੂੰਹਦੇ
ਧਰਮ ਤੋਂ ਬੇਮੁਖ ਹੋ ਕੇ ਹੀਣੇ ਹੋ ਗਏ। ਕੱਲ ਕਾਤੀ ਰਾਜੇ ਕਸਾਈ ਬਣ ਗਏ। ਅਤਿਆਚਾਰ ਦੀ ਕੋਈ ਹੱਦ ਨਾ ਰਹੀ ਤੇ ਪਾਪ ਅਮਾਵਸ ਦੀ ਨਿਆਈ ਛਾ ਗਿਆ। ਮਨੂ ਸਮ੍ਰਿਤੀ ਦੀ ਰਚਨਾ ਰਚ ਕੇ ਭਾਰਤ ਦੇ ਬ੍ਰਾਹਮਣ ਨੇ ਤੇ ਦੇਸ਼ ਨੂੰ ਜਾਤ ਪਾਤ ਦੇ ਝਮੇਲਿਆਂ ਵਿੱਚ ਪਾ ਕੇ ਦੇਸ਼ ਨੂੰ ਇਤਨਾ ਕਮਜ਼ੋਰ ਕੀਤਾ ਕਿ ਜਿਤਨਾ ਕਿ ਹੋਰ ਸ਼ਾਇਦ ਹੀ ਕਿਸੇ ਗੱਲ ਨੇ ਕੀਤਾ ਹੋਵੇ। ਮਨੁੱਖ ਜਾਤੀ ਦੇ ਇੱਕ ਵੱਡੇ ਹਿੱਸੇ ਨੂੰ ਸ਼ੂਦਰ ਬਣਾ ਦਿੱਤਾ ਤੇ ਉਹਨਾਂ ਤੇ ਉਹ ਅਤਿਆਚਾਰ ਕੀਤੇ ਜੋ ਕਥਨ ਤੋਂ ਬਾਹਰ ਹਨ। ਇਸ ਦੇ ਵਿਰੁੱਧ ਜਿਸ ਮਹਾਂਪੁਰਖ ਨੇ ਵੀ ਆਵਾਜ਼ ਉਠਾਈ, ਉਸ ਦਾ ਜਾਤ ਅਭਿਮਾਨੀਆਂ ਨੇ ਡਟ ਕੇ ਮੁਕਾਬਲਾ ਕੀਤਾ, ਉਸ ਦੀ ਕੋਈ ਗੱਲ ਨਾ ਸੁਣੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਦੇਸ਼ ਵਿੱਚ ਅੱਤ ਕਮਜ਼ੋਰੀ ਆ ਗਈ। ਬਾਹਰ ਦੇ ਮੁਸਲਮਾਨ ਜਾਬਰਾਂ ਨੇ ਇਸ ਕਮਜ਼ੋਰੀ ਦਾ ਪੂਰਾ ਲਾਭ ਉਠਾਉਣ ਲਈ ਭਾਰਤ 'ਤੇ ਹਮਲੇ ਕਰਕੇ ਇਸ ਦਾ ਹੋਰ ਵੀ ਕਚੂਮਰ ਕੱਢ ਦਿੱਤਾ। ਮੁਸਲਮਾਨ ਦੀ ਸੈਂਕੜੇ ਸਾਲ ਦੀ ਗੁਲਾਮੀ ਨੇ ਹਿੰਦੂ ਦੀ ਅਣਖ, ਭਾਈਚਾਰਕ ਖੁੱਲ੍ਹ ਤੇ ਰਾਜਸੀ ਆਜ਼ਾਦੀ ਦਾ ਖਾਤਮਾ ਕਰ ਦਿੱਤਾ। ਇਹ ਗਿਰਾਵਟ ਇੱਥੋਂ ਤੱਕ ਪੁੱਜ ਗਈ ਕਿ ਮੁਸਲਮਾਨ ਹਾਕਮਾਂ ਅਤੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਉਣ ਦਾ ਬਲ ਵੀ ਨਾ ਰਿਹਾ। ਇਸ ਦੇ ਬਾਵਜੂਦ ਹਿੰਦੂਆਂ ਨੇ ਜਾਤ ਪਾਤ, ਛੂਤ ਛਾਤ ਨਾ ਛੱਡੀ ਤੇ ਸ਼ੂਦਰਾਂ 'ਤੇ ਵਧੇਰੇ ਅਤਿਆਚਾਰ ਕਰਦੇ ਰਹੇ। ਇਸ ਮਹਾਂ ਭਿਆਨਕ ਸਮੇਂ ਵਿੱਚ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਹੋਕਾ ਦਿੱਤਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਸੰਗਤ ਪੰਗਤ ਵਿੱਚ ਚਾਰੇ ਵਰਨਾਂ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਕੇ ਉਪਦੇਸ਼ ਦਿੱਤੇ ਤੇ ਭਾਈ ਪਦਵੀ ਸਿੱਖਾਂ ਨੂੰ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਦੇ ਦਰਵਾਜ਼ੇ ਸਾਰੇ ਮਨੁੱਖ ਮਾਤਰ ਲਈ ਖੋਲ੍ਹ ਦਿੱਤੇ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਰਚ ਕੇ ਇਸ ਤਿੰਨ ਭੇਦ ਨੂੰ ਮਿਟਾਉਣ ਦਾ ਉਪਰਾਲਾ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ, ਰਵਿਦਾਸ ਜੀ, ਸੈਣ ਆਦਿ ਭਗਤਾਂ ਦੀ ਬਾਣੀ ਲਈ ਥਾਂ ਦੇ ਕੇ ਆਤਮਿਕ ਸੁੱਚਤਾ ਦਾ ਸਬੂਤ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰੇ ਸਾਜ ਕੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਜਾਤ ਪਾਤ, ਛੂਤ ਛਾਤ ਦੀਆਂ ਬਿਮਾਰੀਆਂ ਦਾ ਨਾਸ਼ ਕੀਤਾ। ਮਾਨਕ ਕੀ ਜਾਤ ਸਭੇ ਇੱਕ ਪਹਿਚਾਨ ਵੋ ਦੇ ਮਹਾਂ ਉਪਦੇਸ਼ ਦੇ 4 ਵਰਨਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਏ ਜਾਣ ਦੀ ਵਿਥਿਆ ਸੁਣਾ ਕੇ 22 ਧਾਰ ਦੇ ਰਾਜੇ ਤੇ ਪੰਡਿਤ ਇਕੱਠੇ ਹੋ ਕੇ 10ਵੇਂ ਪਾਤਸ਼ਾਹ ਪਾਸ ਆਏ ਤੇ ਕਹਿਣ ਲੱਗੇ ਕਿ ਤੁਸੀਂ ਛੋਟੀ ਜਾਤਾਂ ਵਾਲਿਆਂ ਨੂੰ ਇੱਕ ਥਾਂ ਇਕੱਠਾ ਕਰਕੇ ਅੰਮ੍ਰਿਤ ਨਾ ਛਕਾਓ ਤਾਂ ਅਸੀਂ ਸਾਰੇ ਹੀ ਤੁਹਾਡੇ ਸਿੱਖ ਬਣ ਜਾਂਦੇ ਹਾਂ। ਪਰ ਸਤਿਗੁਰ ਨੇ ਫਰਮਾਇਆ, ਇਨੀ ਹੀ ਕੀ ਕਿਰਪਾ ਕੇ ਸਜੇ ਹਮ ਹੈ ਤੇ ਸੇਵ ਕਰੀ ਇਨ ਕੀ ਮਨ ਭਾਵਤ ਮਹਾਵਾਕ ਆਖ ਕੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਬਾਬਾ ਜੀਵਨ ਸਿੰਘ ਦੀ ਬਹਾਦਰੀ ਤੱਕ ਕੇ ਰੰਗਰੇਟੇ ਗੁਰੂ ਕੇ ਬੇਟੇ ਦੀ ਪਦਵੀ ਦੇ ਕੇ ਗੱਲ ਨਾਲ ਲਾਇਆ। ਕਲਗੀਆਂ ਵਾਲੇ ਦੀ ਇਸ ਮੋਹਰ ਦਾ ਇਹ ਸਿੱਟਾ ਨਿਕਲਿਆ ਕਿ ਇਨ੍ਹਾਂ ਵਿੱਚੋਂ ਐਸੇ ਲਗਣ ਵਾਲੇ ਸਿੰਘ ਹੋਏ ਜਿਨ੍ਹਾਂ ਨੇ ਸਿੱਖ ਕੌਮ ਦੀ ਕਿਸਮਤ ਨੂੰ 4 ਚੰਨ ਲਾ ਦੇ। ਸ੍ਰੀ ਚਮਕੌਰ ਸਾਹਿਬ ਦੇ ਘੋਰ ਜੰਗ ਦੇ ਔਖੇ ਸਮੇਂ ਪਛੜੀਆਂ ਸ਼੍ਰੇਣੀਆਂ ਵਿੱਚੋਂ ਸਜੇ ਸਿੰਘ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਕਲਗੀ ਬਖਸ਼ ਕੇ ਖਾਲਸਾ ਹੀ ਸ਼ਾਨ ਨਾਲ ਰਾਖਾ ਥਾਪਿਆ, ਸਿੱਖ ਰਾਜ ਦੇ ਪਿੱਛੋਂ ਪੰਥ ਤੇ ਮੁਸੀਬਤਾਂ ਦੇ ਬੱਦਲ ਛਾ ਗਏ। ਪੰਥ ਦੇ ਵਿਰੋਧੀਆਂ ਨੇ ਪੰਥ ਦੇ ਵਿੱਚ ਵੀ ਛੂਤ ਛਾਤ ਦਾ ਭੂਤ ਹਿੰਦੂਆਂ ਵਾਂਗ ਮੁੜ ਪਾ ਦਿੱਤਾ, ਜਿਸ ਕਰਕੇ ਬਹੁਤ ਸਿੱਖ ਗੁਰੂ ਸਾਹਿਬਾਨ ਦੇ ਅਸੂਲਾਂ ਨੂੰ ਭੁੱਲ ਕੇ ਹਿੰਦੂਆਂ ਵਾਂਗ ਲਕੀਰ ਦੇ ਫਕੀਰ ਹੋ ਗਏ। ਹਰ ਥਾਂ ਪਛੜੀਆਂ ਸ਼੍ਰੇਣੀਆਂ ਵਿੱਚੋਂ ਸਜੇ ਸਿੰਘਾਂ ਨਾਲ ਵੀ ਅਛੂਤਾਂ ਵਰਗਾ ਹੀ ਵਰਤਾਓ ਕਰਨ ਲੱਗ ਪਏ, ਜਿਸ ਕਰਕੇ ਸਿੱਖ ਕੌਮ ਦੀ ਗਿਣਤੀ ਦਿਨੋਂ ਦਿਨ ਘਟਦੀ ਗਈ। ਇਸ ਵਿਖੜੇ ਸਮੇਂ ਵੀ ਪਛੜੀਆਂ ਸ਼੍ਰੇਣੀਆਂ ਵਿੱਚੋਂ ਸਜੇ ਸਿੰਘ ਸ਼ੇਰਦਿਲ ਜਰਨੈਲ ਗਿਆਨੀ ਦਿੱਤ ਸਿੰਘ ਜੀ ਨੇ ਪੰਥ ਦੀ ਸਹੀ ਅਗਵਾਈ ਕੀਤੀ। ਸਿੱਖਾਂ ਵਿੱਚ ਆ ਚੁੱਕੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪ੍ਰੈਸ ਤੇ ਪਲੇਟਫਾਰਮ ਰਾਹੀਂ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਸਹੀ ਰਸਤਾ ਦੱਸਿਆ। ਆਰੀਆ ਸਮਾਜੀ ਦੇ ਬਾਨੀ ਸਵਾਮੀ ਦਇਆਨੰਦ ਦੇ ਸਿੱਖ ਧਰਮ ਦੇ ਖਿਲਾਫ ਜਹਾਦ ਖੜਾ ਕੀਤਾ, ਪਰ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਵਿਦਵਤਾ ਨਾਲ ਉਹਨਾਂ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਗਿਆਨੀ ਜੀ ਨੇ ਤੇ ਸਵਾਮੀ ਜੀ ਵਿਚਕਾਰ 3 ਬਹਿਸਾਂ ਹੋਈਆਂ ਤੇ ਤਿੰਨਾਂ ਵਿੱਚ ਹੀ ਗਿਆਨੀ ਜੀ ਨੇ ਸਵਾਮੀ ਜੀ ਨੂੰ ਲਾਜਵਾਬ ਕਰਕੇ ਹਾਰ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਮੇਂ ਦੇ ਵਿਦਵਾਨ ਗਿਆਨੀ ਜੀ ਦੀ ਵਿਦਵਤਾ ਦਾ ਲੋਹਾ ਮੰਨ ਕੇ ਗਿਆਨੀ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥਕ ਸੇਵਾ ਲਈ ਅਰਪਣ ਕਰ ਦੇਣ ਦਾ ਸਦਕਾ ਪੰਥ 'ਤੇ ਆਈਆਂ ਮੁਸੀਬਤਾਂ ਟਲ ਗਈਆਂ ਤੇ ਪੰਥ ਤਰੱਕੀ ਦੀ ਰਾਹ 'ਤੇ ਚੱਲ ਪਿਆ।
ਐਸੇ ਪੰਥ ਹਿਤੈਸ਼ੀ ਵਿਦਵਾਨ ਦੇ ਜੀਵਨ ਦੀ ਚਿਰਾਂ ਤੋਂ ਲੋੜ ਭਾਸ ਰਹੀ ਸੀ। ਦਾਸ ਤੇ ਇਸ ਕਿਤਾਬ ਵਿੱਚ ਉਹਨਾਂ ਦੇ ਜੀਵਨ ਬਾਰੇ ਅਸਲ ਹਾਲਾਤ ਇਕੱਤਰ ਕਰਕੇ ਦਿੱਤੇ ਹਨ। ਇਸ ਕਿਤਾਬ ਦਾ ਮਸਾਲਾ ਇਕੱਤਰ ਕਰਨ ਵਿੱਚ ਸਰਦਾਰ ਕਰਮ ਸਿੰਘ ਜ਼ਖਮੀ, ਭਾਈ ਮਹਿਤਾਬ ਸਿੰਘ, ਗਿਆਨੀ ਹਰਭਜਨ ਸਿੰਘ ਭਾਪਾ, ਗਿਆਨੀ ਗੁਰਚਰਨ ਸਿੰਘ ਸਾਖੀ ਆਦਿ ਸੱਜਣਾਂ ਨੇ ਮਦਦ ਕੀਤੀ ਹੈ। ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੈਂ ਪੰਥਕ ਹਿਤੈਸ਼ੀਆਂ ਤੋਂ ਆਸ ਕਰਦਾ ਹਾਂ ਕਿ ਉਹਨਾਂ ਦੀ ਜੀਵਨ ਕਿਰਨਾਂ ਆਪਣੇ ਜੀਵਨ ਵਿੱਚ ਪਾ ਕੇ ਪੰਥ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਲਿਜਾਣ ਦੇ ਸਦਾ ਯਤਨ ਕਰਕੇ ਕਲਗੀਆਂ ਵਾਲੇ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਦਾਸ ਦਲਜੀਤ ਸਿੰਘ BA, ਪ੍ਰਧਾਨ ਸ਼੍ਰੋਮਣੀ ਖਾਲਸਾ ਬਰਾਦਰੀ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਨੰਬਰ 1, ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ। ਪੰਜਾਬ ਦੇ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਪਿੱਛੋਂ ਲਾਹੌਰ ਵਿੱਚ ਨਮਕ ਹਰਾਮੀ ਦਾ ਜਿਹੜਾ ਭਿਆਨਕ ਖੂਨੀ ਨਾਚ ਨੱਚਿਆ ਗਿਆ, ਉਹ ਕਿਸੇ ਇਤਿਹਾਸ ਪ੍ਰੇਮੀ ਤੋਂ ਭੁੱਲਿਆ ਹੋਇਆ ਨਹੀਂ। ਦਰਬਾਰ ਦੇ ਰਾਜ ਘਰਾਣੇ ਵਿੱਚ ਜੋ ਝਗੜਾ ਉਤਪੰਨ ਹੋਇਆ, ਉਸਨੇ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ। ਇੱਕ ਪਾਸੇ ਰਾਜ ਘਰਾਣੇ ਦੇ ਮੈਂਬਰ ਮਾਰੇ ਜਾਣ ਲੱਗੇ ਤੇ ਦੂਜੇ ਪਾਸੇ ਧਿਆਨ ਸਿੰਘ ਦਾ ਵਜ਼ੀਰ ਘਰਾਣਾ ਤਬਾਹ ਹੋਣਾ ਸ਼ੁਰੂ ਹੋ ਗਿਆ। ਰਾਜੇ ਤੇ ਵਜ਼ੀਰ ਦਾ ਇਸ ਤਰ੍ਹਾਂ ਦਾ ਝਗੜਾ ਬਦਨਸੀਬ ਪੰਜਾਬ ਤੋਂ ਬਿਨਾਂ ਸੰਸਾਰ ਦੇ ਕਿਸੇ ਹੋਰ ਦੇਸ਼ ਦੇ ਇਤਿਹਾਸ ਵਿੱਚ ਘੱਟ ਹੀ ਨਜ਼ਰ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਈਸਵੀ ਨੂੰ ਚਲਾਣਾ ਕੀਤਾ। 3.25 ਮਹੀਨੇ ਪਿੱਛੋਂ 8 ਅਕਤੂਬਰ ਨੂੰ ਪੰਜਾਬ ਦਾ ਦੂਜਾ ਸੁਤੰਤਰ ਪਾਤਸ਼ਾਹ ਮਹਾਰਾਜਾ ਖੜਕ ਸਿੰਘ ਨਜ਼ਰਬੰਦ ਕੀਤਾ ਗਿਆ ਅਤੇ 1 ਸਾਲ 27 ਦਿਨ ਦੀ ਨਜ਼ਰਬੰਦੀ ਦੇ ਪਿੱਛੋਂ 5 ਨਵੰਬਰ 1840 ਈਸਵੀ ਨੂੰ ਉਸ ਨੇ ਜਾਨ ਦੇ ਦਿੱਤੀ। ਸ਼ੇਰੇ ਪੰਜਾਬ ਦਾ ਹੋਣਹਾਰ ਪੋਤਰਾ ਕੰਵਰ ਨਿਹਾਲ ਸਿੰਘ ਪਿਤਾ ਦੇ ਸੰਸਕਾਰ ਤੋਂ ਵਾਪਸ ਆ ਰਿਹਾ ਸੀ ਕਿ ਡੋਗਰਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਪਿਤਾ ਪਾਸ ਹੀ ਜਾ ਪੁੱਜਾ। ਇਸ ਤੋਂ ਪਿੱਛੋਂ ਮਹਾਰਾਣੀ ਚੰਦ ਕੌਰ ਰਾਜ ਗੱਦੀ ਪਰ ਬੈਠੀ, ਪਰੰਤੂ ਛੇਤੀ ਹੀ ਰਾਜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਨੂੰ ਬਟਾਲੇ ਤੋਂ ਚੜ੍ਹਾ ਲਿਆਇਆ ਤੇ ਮਹਾਰਾਣੀ ਨੂੰ ਨਜ਼ਰਬੰਦ ਕਰਕੇ ਉਸ ਨੂੰ 1841 ਦੇ ਆਰੰਭ ਵਿੱਚ ਰਾਜ ਗੱਦੀ 'ਤੇ ਬਿਠਾ ਦਿੱਤਾ। ਛੇਤੀ ਹੀ ਇਸ ਮਹਾਰਾਜੇ ਅਤੇ ਵਜ਼ੀਰ ਦੀ ਵੀ ਵਿਗੜ ਗਈ ਤੇ ਦੋਹਾਂ ਨੇ ਇੱਕ ਦੂਜੇ ਦੇ ਕਤਲ ਦਾ ਹੁਕਮ ਲਿਖ ਕੇ ਸੰਧਾਵਾਲੀਆ ਸਰਦਾਰਾਂ ਨੂੰ ਦੇ ਦਿੱਤਾ। ਨਤੀਜਾ ਇਹ ਹੋਇਆ ਕਿ ਇੱਕੋ ਦਿਨ 15 ਸਤੰਬਰ 1843 ਈਸਵੀ ਨੂੰ ਅੱਸੂ ਦੀ ਸੰਗਰਾਂਦ ਨੂੰ ਮਹਾਰਾਜਾ ਸ਼ੇਰ ਸਿੰਘ, ਉਸ ਦਾ ਹੋਣਹਾਰ ਸਾਹਿਬਜ਼ਾਦਾ ਪ੍ਰਤਾਪ ਸਿੰਘ ਅਤੇ ਨਾਲ ਹੀ ਰਾਜਾ ਧਿਆਨ ਸਿੰਘ ਵੀ ਸੰਧਾਵਾਲੀਏ ਸਰਦਾਰਾਂ ਹੱਥੋਂ ਮਾਰੇ ਗਏ। ਇਸ ਦੇ ਪਿੱਛੋਂ ਫੌਜ ਰਾਜਾ ਧਿਆਨ ਸਿੰਘ ਦੇ ਪੁੱਤਰ ਰਾਜਾ ਹੀਰਾ ਸਿੰਘ ਦੇ ਢਹੇ ਚੜ੍ਹ ਗਈ ਤੇ ਉਸ ਸੰਧਾਵਾਲੀਏ ਸਰਦਾਰਾਂ ਤੋਂ ਬਦਲਾ ਲੈ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਪਰ ਬਿਠਾਇਆ ਤੇ ਆਪ ਵਜ਼ੀਰ ਬਣ ਬੈਠਾ। ਛੇਤੀ ਹੀ ਹੋਰ ਹਨੇਰੀ ਝੁੱਲੀ, ਜਿਸ ਵਿੱਚ ਰਾਜਾ ਹੀਰਾ ਸਿੰਘ ਅਤੇ ਉਸ ਦਾ ਸਲਾਹਕਾਰ ਪੰਡਿਤ ਜੱਲਾ ਵੀ ਮਾਰੇ ਗਏ। ਇਸ ਦੇ ਪਿੱਛੋਂ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਸਰਦਾਰ ਜਵਾਹਰ ਸਿੰਘ 14 ਮਈ 1845 ਈਸਵੀ ਨੂੰ ਵਜ਼ੀਰ ਬਣਿਆ, ਪਰੰਤੂ 4 ਮਹੀਨੇ ਪਿੱਛੋਂ ਕੰਵਰ ਪਿਸ਼ੌਰਾ ਸਿੰਘ ਦੇ ਕਤਲ ਦੇ ਇਲਜ਼ਾਮ ਵਿੱਚ ਫੌਜ ਹੱਥੋਂ ਉਹ ਵੀ ਮਾਰਿਆ ਗਿਆ। ਲਾਹੌਰ ਦੇ ਇਸ ਖੂਨੇ ਨਾਚ ਤੋਂ ਫਾਇਦਾ ਉਠਾਉਣ ਲਈ ਅੰਗਰੇਜ਼ਾਂ ਜੰਗ ਦੇ ਸਮਾਨ ਪੈਦਾ ਕੀਤੇ। ਲੜਾਈ 18 ਦਸੰਬਰ 1845 ਨੂੰ ਮੁੱਦਕੀ ਦੇ ਮੈਦਾਨ ਵਿੱਚ ਸ਼ੁਰੂ ਹੋਈ। 4 ਦਿਨ ਪਿੱਛੋਂ ਫਿਰੋਜ਼ ਸ਼ਾਹ ਦੇ ਮੈਦਾਨ ਵਿੱਚ ਘਮਸਾਨ ਮੱਚਿਆ। ਉਸ ਦੇ ਪਿੱਛੋਂ 10 ਫਰਵਰੀ ਨੂੰ ਸਭਰਾਉਂ ਦੇ ਮਕਾਮ ਪਰ ਵਜ਼ੀਰ ਤੇ ਸੈਨਾਪਤੀ ਦੀ ਗਦਾਰੀ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਪੰਜਾਬ ਦੀ ਹਾਰ ਨਾਲ ਮੁੱਕੀ। ਇਸ ਦੇ ਪਿੱਛੋਂ ਅੰਗਰੇਜ਼ ਨੇ ਲਾਹੌਰ ਵਿੱਚ ਪੈਰ ਜਮਾ ਲਏ ਤੇ 3 ਸਾਲਾਂ ਪਿੱਛੋਂ ਉਹ ਪੰਜਾਬ ਦੇ ਮਹਾਨ ਰਾਜ ਨੂੰ ਹੜਪ ਕਰਨ ਦੇ ਯੋਗ ਹੋ ਗਿਆ। ਮੁੜ ਲੜਾਈ ਦੇ ਸਮਾਨ ਕੀਤੇ ਅਤੇ ਰਾਮਨਗਰ, ਸੈਦੁੱਲਾਪੁਰ, ਚਿੱਲਿਆਂਵਾਲਾ ਤੇ ਮੁਲਤਾਨ ਦੀਆਂ ਝੜਪਾਂ ਦੇ ਪਿੱਛੋਂ 21 ਫਰਵਰੀ 1849 ਈਸਵੀ ਨੂੰ ਸ਼ੇਰੇ ਪੰਜਾਬ ਦੀ ਮੌਤ ਤੋਂ ਪੌਣੇ 10 ਸਾਲ ਪਿੱਛੋਂ ਸਿੱਖ ਰਾਜ ਦਾ ਅੰਤ ਹੋ ਗਿਆ ਅਤੇ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੀ ਅੰਮੀ ਨੂੰ ਦੇਸ਼ ਨਿਕਾਲਾ ਦੇ ਕੇ ਸਾਰੇ ਹਿੰਦੁਸਤਾਨ ਦੇ ਮਾਲਕ ਬਣ ਬੈਠੇ। ਸਿੱਖ ਰਾਜ ਦੇ ਸਮੇਂ ਸਿੱਖ ਪੰਥ ਚੜ੍ਹਦੀਆਂ ਕਲਾਂ ਵਿੱਚ ਜਾ ਰਿਹਾ ਸੀ। ਸਿੱਖਾਂ ਦੀ ਆਦਮ ਗਿਣਤੀ ਵੱਧ ਕੇ 1 ਕਰੋੜ ਤੱਕ ਜਾ ਪੁੱਜੀ ਸੀ, ਪਰੰਤੂ ਅੰਗਰੇਜ਼ ਦੇ ਸਿਆਣੇ ਦਿਮਾਗ ਨੇ ਸਿੱਖ ਰਾਜ ਦੇ ਨਾਲ ਹੀ ਸਿੱਖ ਸਪਿਰਿਟ ਨੂੰ ਤਬਾਹ ਕਰਨ ਦੇ ਸਮਾਨ ਵੀ ਤਿਆਰ ਕਰ ਦਿੱਤੇ।
ਇਸ ਸਮੇਂ ਸਿੱਖਾਂ ਦੀ ਕੋਈ ਜਥੇਬੰਦੀ ਨਹੀਂ ਸੀ। ਈਸਾਈ ਪਾਦਰੀ ਸਿੱਖਾਂ ਦੇ ਪਿੰਡਾਂ ਵਿੱਚ ਛਾਏ ਹੋਏ ਸਨ ਅਤੇ ਸਿੱਖਾਂ ਦੇ ਆਮ ਜੀਵਨ 'ਤੇ ਹਿੰਦੂਆਂ ਦਾ ਗਲਬਾ ਪੈ ਰਿਹਾ ਸੀ, ਜਿਸ ਕਰਕੇ ਸਿੱਖਾਂ ਵਿੱਚ ਪਤਿਤਾ ਦੀ ਲਹਿਰ ਅੰਦਰ ਹੀ ਅੰਦਰ ਸਿੱਖੀ ਨੂੰ ਘੁਣ ਵਾਂਗ ਖਾਣ ਲੱਗੀ। ਨਤੀਜਾ ਇਹ ਹੋਇਆ ਕਿ ਸਿੱਖਾਂ ਦੀ ਗਿਣਤੀ ਦੇ ਅੰਕੜੇ ਤੇਜ਼ੀ ਨਾਲ ਹੇਠਾਂ ਡਿੱਗਣੇ ਸ਼ੁਰੂ ਹੋ ਗਏ। 1881 ਵਿੱਚ ਮਰਦਮਸ਼ੁਮਾਰੀ ਹੋਈ ਤਦ ਪਤਾ ਲੱਗਾ ਕਿ ਇਹ ਗਿਣਤੀ 1 ਕਰੋੜ ਤੋਂ ਘਟ ਕੇ ਕੇਵਲ 18,43,428 ਹੀ ਰਹਿ ਗਈ ਹੈ। ਇਹ ਮਰਦਮਸ਼ੁਮਾਰੀ ਸਿੱਖਾਂ ਲਈ ਖਤਰੇ ਦੀ ਘੰਟੀ ਸਾਬਤ ਹੋਈ। ਸਿੱਖ ਰਾਜ ਦੇ ਖਾਤਮੇ ਤੋਂ ਪਿੱਛੋਂ ਜਿਹੜੇ ਸਿੱਖ ਹੁਣ ਤੱਕ ਸਿੱਖੀ ਪ੍ਰਚਾਰ ਵੱਲੋਂ ਬਿਲਕੁਲ ਬੇਪਰਵਾਹ ਹੋ ਕੇ ਬੈਠੇ ਸਨ, ਉਹਨਾਂ ਨੇ ਇਹ ਸਮਝ ਲਿਆ ਕਿ ਜੇਕਰ ਜਿਉਣਾ ਹੈ ਤਦ ਜਥੇਬੰਦੀ ਤੇ ਪ੍ਰਚਾਰ ਦੀ ਸਖਤ ਲੋੜ ਹੈ। ਉਂਝ ਤਾਂ ਅੰਗਰੇਜ਼ ਦਾ ਰਵੱਈਆ ਸਿੱਖ ਰਾਜ ਦੇ ਖਾਤਮੇ ਤੋਂ ਹੀ ਸਿੱਖ ਸਪਿਰਿਟ ਨੂੰ ਕੁਚਲਣ ਦਾ ਚੱਲਿਆ ਆ ਰਿਹਾ ਸੀ, ਪਰੰਤੂ ਨਾਮਧਾਰੀ ਲਹਿਰ ਤੋਂ ਪਿੱਛੋਂ ਉਸ ਦਾ ਇਹ ਰਵੱਈਆ ਹੋਰ ਵੀ ਸਖਤ ਹੋ ਗਿਆ ਸੀ। 1850 ਤੋਂ 1870 ਤੱਕ ਸਿੱਖੀ ਨੂੰ ਢਾਹ ਲਾਉਣ ਵਾਲਿਆਂ ਵਿੱਚ ਵਧੇਰੇ ਸ਼ਕਤੀਸ਼ਾਲੀ ਯਿਸੂ ਮਸੀਹ ਦੇ ਪ੍ਰਚਾਰਕ ਹੀ ਸਨ, ਪਰੰਤੂ 1870 ਵਿੱਚ ਸਵਾਮੀ ਦਇਆਨੰਦ ਦੀ ਅਗਵਾਈ ਹੇਠ ਆਰੀਆ ਸਮਾਜੀ ਵੀ ਮੈਦਾਨ ਵਿੱਚ ਕੁੱਦ ਪਏ। ਇਸ ਤੋਂ ਇਲਾਵਾ ਪੰਜਾਬ ਵਿੱਚ ਗੁਲਾਮ ਦਾਸੀ ਅਤੇ ਕੁਝ ਹੋਰ ਅਨਸਰ ਵੀ ਸਿੱਖੀ ਵਿਰੁੱਧ ਪ੍ਰਚਾਰ ਵਿੱਚ ਕਿਸੇ ਤੋਂ ਪਿੱਛੇ ਨਹੀਂ ਸਨ। ਕਈਆਂ ਪਾਸਿਆਂ ਤੋਂ ਇਸ ਢਾਊ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਭਾਈ ਜਵਾਹਰ ਸਿੰਘ ਅਤੇ ਭਾਈ ਦਿੱਤ ਸਿੰਘ ਜਿਹੇ ਗੁਰਮੁਖ ਵੀ ਸਿੱਖੀ ਤੋਂ ਲਾਂਭੇ ਰਹੇ। ਇਹ ਤਾਂ ਵਿਰੋਧੀਆਂ ਵੱਲੋਂ ਸਿੱਖ ਗੁਰੂਆਂ ਵਿਰੁੱਧ ਪ੍ਰਚਾਰ ਦਾ ਸਿੱਟਾ ਸੀ ਕਿ ਜਿਸ ਨੇ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਸਿੱਖੀ ਵੱਲ ਲਿਆਂਦਾ। ਸਿੰਘ ਸਭਾ ਲਹਿਰ ਚੱਲੀ ਅਤੇ ਸਿੱਖ ਧਰਮ ਫੇਰ ਪ੍ਰਫੁੱਲਤ ਹੋਣ ਲੱਗਾ। ਨੰਬਰ 2, ਜਨਮ ਅਤੇ ਬਚਪਨ। ਗਿਆਨੀ ਦਿੱਤ ਸਿੰਘ ਜੀ ਦਾ ਜਨਮ 1853 ਈਸਵੀ ਦੇ ਅਪ੍ਰੈਲ ਮਹੀਨੇ ਦੀ 21 ਤਾਰੀਖ ਨੂੰ ਰਿਆਸਤ ਪਟਿਆਲਾ ਦੇ ਨਗਰ ਆਨੰਦਪੁਰ ਕਲੌੜ ਵਿੱਚ ਹੋਇਆ। ਆਪ ਦੇ ਵੱਡ ਵਡੇਰੇ ਇਸ ਨਗਰ ਵਿੱਚ ਦਪਾਲਪੁਰ ਦੁਆਲੇ ਵਿੱਚੋਂ ਆ ਕੇ ਵਸੇ ਹੋਏ ਸਨ। ਆਪ ਦੇ ਪਿਤਾ ਸੰਤ ਦੀਵਾਨ ਸਿੰਘ, ਇਹਨਾਂ ਦਾ ਨਾਮ ਕਿਧਰੇ ਕਿਧਰੇ ਭਾਈ ਰਾਮ ਸਿੰਘ ਵੀ ਲਿਖਿਆ ਹੈ, ਧਾਰਮਿਕ ਰੁਚੀ ਵਾਲੇ ਬਜ਼ੁਰਗ ਸਨ ਅਤੇ ਧਾਰਮਿਕ ਚਰਚਾ ਵਿੱਚ ਚੰਗਾ ਵੱਧ ਚੜ੍ਹ ਕੇ ਹਿੱਸਾ ਲਿਆ ਕਰਦੇ ਸਨ। ਉਹਨਾਂ ਦਾ ਝੁਕਾਅ ਗੁਲਾਬ ਦਾਸੀਆਂ ਦੀ ਸੰਪਰਦਾ ਵੱਲ ਸੀ। ਆਪ ਕੱਪੜਾ ਉਣ ਕੇ 10 ਨਹੁੰਆਂ ਦੀ ਕਮਾਈ ਨਾਲ ਆਪਣਾ ਪਰਿਵਾਰ ਉਪਜੀਵਕਾ ਤੋਰਦੇ ਸਨ। ਗਿਆਨੀ ਦਿੱਤ ਸਿੰਘ ਇੱਕ ਤੀਖਣ ਬੁੱਧੀ ਦੇ ਬਾਲਕ ਸਨ। ਪਿਤਾ ਨੂੰ ਧਾਰਮਿਕ ਚਰਚਾ ਕਰਦੇ ਵੇਖ ਕੇ ਉਹਨਾਂ ਦੀ ਰੁਚੀ ਬਚਪਨ ਵਿੱਚ ਹੀ ਬਹਿਸ ਮੁਤਾਸਿਆਂ ਵਿੱਚ ਵੱਲ ਖਿੱਚੀ ਗਈ। ਉਸ ਸਮੇਂ ਅੰਗਰੇਜ਼ੀ ਰਾਜ ਨੂੰ ਕਾਇਮ ਹੋਇਆ ਹਾਲਾਂ 5-7 ਸਾਲ ਹੀ ਹੋਏ ਸਨ, ਇਸ ਲਈ ਵਿੱਦਿਆ ਲਈ ਵਰਤਮਾਨ ਤਰਜ਼ ਦੇ ਸਕੂਲ ਕਾਲਜ ਹਾਲਾਂ ਨਹੀਂ ਸਨ ਖੁੱਲ੍ਹੇ। ਵਿੱਦਿਆ ਦੇ ਕੇਂਦਰ ਉਸ ਸਮੇਂ ਸਾਧੂ ਮਹਾਤਮਾਵਾਂ ਦੇ ਡੇਰੇ ਹੀ ਹੋਇਆ ਕਰਦੇ ਸਨ। ਬਾਲਕ ਦਿੱਤ ਸਿੰਘ ਨੂੰ ਵਿੱਦਿਆ ਪੜ੍ਹਨ ਦਾ ਬੜਾ ਚਾਅ ਸੀ ਅਤੇ ਘਰ ਦੀ ਆਰਥਿਕ ਅਵਸਥਾ ਕਮਜ਼ੋਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਚਾਅ ਨੂੰ ਪੂਰਾ ਕਰਨ ਦਾ ਫੈਸਲਾ ਕਰ ਲਿਆ। 1862 ਈਸਵੀ ਵਿੱਚ ਜਦ ਕਿ ਆਪ ਦੀ ਉਮਰ ਕੇਵਲ 8 ਸਾਲਾਂ ਦੀ ਹੀ ਸੀ, ਆਪ ਗੁਲਾਬ ਦਾਸੀਏ ਮਹਾਤਮਾ ਸੰਤ ਗੁਰਬਖਸ਼ ਸਿੰਘ ਜੀ ਦੇ ਡੇਰੇ ਪਿੰਡ ਤਿਉੜ ਜ਼ਿਲ੍ਹਾ ਅੰਬਾਲੇ ਵਿੱਚ ਪੜ੍ਹਨ ਲਈ ਜਾ ਬੈਠੇ ਅਤੇ ਆਪਣੀ ਤੀਖਣ ਬੁੱਧੀ ਦੇ ਕਾਰਨ ਛੇਤੀ ਹੀ ਅੱਖਰੀ ਗਿਆਨ ਪ੍ਰਾਪਤ ਕਰਕੇ ਪਿੰਗਲ, ਵੇਦਾਂਤ ਅਤੇ ਰਾਜਨੀਤੀ ਦੇ ਕਿਤਨੇ ਹੀ ਗ੍ਰੰਥ ਪੜ੍ਹ ਲਏ। ਇਸ ਡੇਰੇ ਵਿੱਚ ਆਪ ਗੁਰਮੁਖੀ ਪੜ੍ਹਦੇ ਸਨ ਅਤੇ ਡੇਰੇ ਦੇ ਬਾਹਰ ਜਾ ਕੇ ਇਸੇ ਪਿੰਡ ਦੇ ਦਇਆਨੰਦ ਨਾਮੀ ਖੱਤਰੀ ਤੋਂ ਉਰਦੂ ਪੜ੍ਹਿਆ ਕਰਦੇ ਸਨ। ਇਹਨਾਂ ਦੀ ਇਸ ਅਣਥੱਕ ਮਿਹਨਤ ਦਾ ਨਤੀਜਾ 5-7 ਸਾਲਾਂ ਵਿੱਚ ਹੀ ਉਹ ਉਰਦੂ ਅਤੇ ਗੁਰਮੁਖੀ ਦੇ ਵਿਦਵਾਨ ਬਣ ਗਏ। ਵੇਦਾਂਤ ਅਤੇ ਪਿੰਗਲ ਵਿੱਚ ਉਹ ਇਤਨੇ ਨਿਪੁੰਨ ਹੋ ਗਏ ਕਿ ਵੱਡੇ ਵੱਡੇ ਵਿਦਵਾਨ ਵੀ ਉਹਨਾਂ ਦਾ ਲੋਹਾ ਮੰਨਣ ਲੱਗੇ। ਗੁਲਾਬ ਦਾਸੀਆਂ ਦੇ ਅੱਡੇ 19 ਦੀਨੀ ਧਾਰਮਿਕ ਬਹਿਸ ਮੁਬਾਸਿਆਂ ਦੇ ਕੇਂਦਰ ਹੁੰਦੇ ਸਨ ਅਤੇ ਬਹੁਤ ਸਾਰੇ ਸੰਤ ਮਹਾਤਮਾ ਅਤੇ ਗੁਣੀ ਗਿਆਨੀ ਧਾਰਮਿਕ ਚਰਚਾ ਕਰਨ ਲਈ ਇਹਨਾਂ ਡੇਰਿਆਂ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਉਹਨਾਂ ਸੰਤਾਂ ਮਹਾਤਮਾ ਦੀ ਸੰਗਤ ਦਾ ਅਸਰ ਕਬੂਲ ਕੇ ਦਿੱਤ ਸਿੰਘ ਹੁਰੀ ਵੀ ਚਰਚਾ ਵਿੱਚ ਹਿੱਸਾ ਲੈਣ ਲੱਗੇ। ਛੇਤੀ ਹੀ ਉਹਨਾਂ ਦੀ ਬਹਿਸ ਸ਼ਕਤੀ ਦਾ ਲੋਹਾ ਮੰਨਿਆ ਜਾਣ ਲੱਗਾ। ਵੇਦਾਂਤ ਸੰਬੰਧੀ 8 ਤੋਂ 10 ਸਾਲ ਦੀ ਉਮਰ ਵਿੱਚ ਹੀ ਉਹ ਅਜਿਹੇ ਗੂੜ੍ਹੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਸਨ ਜੋ ਵੱਡੇ ਵੱਡੇ ਵੇਦਾਂਤੀ ਵਿਦਵਾਨ ਵੀ ਦੰਗ ਰਹਿ ਜਾਂਦੇ। 15 ਕੁ ਸਾਲਾਂ ਦੀ ਉਮਰ ਵਿੱਚ ਤਾਂ ਆਪ ਵੇਦਾਂਤ ਦੇ ਚੰਗੇ ਪ੍ਰਚਾਰਕ ਬਣ ਚੁੱਕੇ।
ਤਿਉੜ ਤੋਂ ਵਿੱਦਿਆ ਪ੍ਰਾਪਤ ਕਰਕੇ ਆਪ ਜ਼ਿਲ੍ਹਾ ਲਾਹੌਰ ਵਿੱਚ ਗੁਲਾਬ ਦਾਸੀਆਂ ਦੇ ਪ੍ਰਸਿੱਧ ਅੱਡੇ ਚੱਠਿਆਂ ਵਾਲੇ ਚਲੇ ਗਏ। ਇੱਥੇ ਸੰਤ ਦੇਸਾ ਸਿੰਘ ਜੀ ਦੀ ਸੰਗਤ ਦਾ ਅਸਰ ਇਹ ਹੋਇਆ ਕਿ ਉਹਨਾਂ ਨੇ ਫਕੀਰੀ ਬਾਣਾ ਪਾ ਲਿਆ ਅਤੇ ਥਾਂ ਪਰ ਥਾਂ ਫਿਰ ਕੇ ਗੁਲਾਬਦਾਸੀ ਮਤ ਦਾ ਪ੍ਰਚਾਰ ਕਰਨ ਲੱਗੇ। ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹਨਾਂ ਵਿੱਦਿਆ ਵੀ ਪੜ੍ਹ ਲਈ ਅਤੇ ਫਕੀਰੀ ਬਾਣਾ ਵੀ ਪਾ ਲਿਆ, ਪਰੰਤੂ ਕੁਦਰਤ ਨੂੰ ਉਹਨਾਂ ਦਾ ਫਕੀਰ ਰਹਿਣਾ ਮਨਜ਼ੂਰ ਨਹੀਂ ਸੀ। ਇਸ ਲਈ ਉਸ ਨੇ ਉਹਨਾਂ ਨੂੰ ਨਵੇਂ ਸੱਚ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ। ਨੰਬਰ 3, ਗੁਲਾਬਦਾਸੀ ਜੀਵਨ ਦਾ ਝਲਕ। ਗੁਲਾਬਦਾਸੀ ਸਾਧੂ ਬਣ ਕੇ ਭਾਈ ਦਿੱਤ ਸਿੰਘ ਜੀ ਇੱਕ ਪਾਸੇ ਤਾਂ ਇਸ ਮਤ ਦਾ ਪ੍ਰਚਾਰ ਕਰਦੇ ਅਤੇ ਦੂਜੇ ਪਾਸੇ ਮੜੀਆਂ ਅਤੇ ਹੋਰ ਡਰਾਉਣੀਆਂ ਥਾਂ ਵਿੱਚ ਜਾ ਕੇ ਈਸ਼ਵਰ ਦੀ ਭਗਤੀ ਵਿੱਚ ਲੱਗੇ ਰਹਿੰਦੇ। ਜਿਸ ਸੱਚ ਦੀ ਭਾਲ ਲਈ ਉਹਨਾਂ ਨੇ ਸੁੱਖ ਦਾ ਜੀਵਨ ਛੱਡਿਆ ਸੀ, ਉਸ ਦੀ ਕੋਈ ਵੀ ਕਿਰਣ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਹੀ। ਇਸ ਲਈ ਕਠਿਨ ਤਪੱਸਿਆ ਕਰਕੇ ਉਹ ਉਸ ਨੂੰ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਸਨ। ਇੱਕ ਦਿਨ ਸਰੀਰ ਨੂੰ ਸੁਆਹ ਮਲ ਕੇ ਜਟਾਂ ਜੂਟ ਰੂਪ ਵਿੱਚ ਇੱਕ ਪਿੰਡ ਦੇ ਲਾਗੇ ਮੜੀਆਂ ਵਿੱਚ ਆਪਣੇ ਪਿਆਰੇ ਦੀ ਯਾਦ ਵਿੱਚ ਮਸਤ ਸਨ। ਜੋ ਕੁਝ ਮਾਸੂਮ ਬੱਚੇ ਖੇਡਦੇ ਮਲਦੇ ਉਸ ਪਾਸੇ ਆ ਨਿਕਲੇ। ਜਿਉਂ ਹੀ ਉਹਨਾਂ ਬੱਚਿਆਂ ਨੇ ਇਸ ਜਟਾਜੂਟ ਸਾਧੂ ਨੂੰ ਵੇਖਿਆ, ਭੂਤ ਸਮਝ ਕੇ ਚੀਕਾਂ ਮਾਰਦੇ ਹੋਏ ਪਿੰਡ ਨੂੰ ਉੱਠ ਨੱਠੇ। ਉਹਨਾਂ ਦੀਆਂ ਚੀਕਾਂ ਨਾਲ ਸਾਧੂ ਦਿੱਤ ਸਿੰਘ ਦੀ ਸਮਾਧੀ ਖੁੱਲ੍ਹ ਗਈ ਅਤੇ ਉਹ ਬਾਲ ਆਤਮਾਵਾਂ ਦੁਖੀ ਕਰਨ ਦੇ ਖਿਆਲ ਨਾਲ ਬਹਿਬਲ ਹੋ ਉੱਠੇ। ਕਹਿੰਦੇ ਸਨ ਕਿ ਉਹਨਾਂ ਬਾਲਾਂ ਵਿੱਚੋਂ ਇੱਕ ਬੱਚੀ ਪਰ ਇਤਨਾ ਭੈ ਛਾਇਆ ਕਿ ਉਹ ਘਰ ਪੁੱਜਦੀ ਹੀ ਬਿਮਾਰ ਹੋ ਗਈ। ਜਦ ਭਾਈ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਉਸ ਬੱਚੇ ਦੇ ਘਰ ਜਾ ਕੇ ਉਸ ਨੂੰ ਤਸੱਲੀ ਦਿੰਦੇ ਆਖਿਆ, ਪੁੱਤਰੀ, ਮੈਂ ਭੂਤ ਨਹੀਂ ਮਨੁੱਖ ਹਾਂ, ਤੂੰ ਕਿਉਂ ਡਰੀ ਏਂ? ਇਸ ਗੱਲ ਦਾ ਨਿਸ਼ਚਾ ਕਰਾਉਣ ਲਈ ਉਹ ਕਈ ਦਿਨ ਉਸ ਬੱਚੀ ਦੇ ਘਰ ਜਾਂਦੇ ਰਹੇ ਅਤੇ ਤਦ ਕਿਤੇ ਉਸ ਦੀ ਬਿਮਾਰੀ ਦੂਰ ਹੋਈ। ਇਸ ਘਟਨਾ ਦਾ ਉਹਨਾਂ ਦੇ ਦਿਲ ਪਰ ਭਾਰੀ ਅਸਰ ਹੋਇਆ। ਉਹ ਸੋਚਣ ਲੱਗੇ ਕਿ ਬਾਲ ਦਾ ਹਿਰਦਾ ਰੱਬ ਜਿਹਾ ਨਿਰਮਲ ਹੁੰਦਾ ਹੈ। ਜੇਕਰ ਉਹ ਸਾਧੂ ਰੂਪ ਨੂੰ ਵੇਖ ਕੇ ਇਉਂ ਭੈਭੀਤ ਹੋ ਰਿਹਾ ਹੈ, ਤਦ ਰੱਬ ਇਸ 'ਤੇ ਕਿਵੇਂ ਰੀਝ ਸਕੇਗਾ। ਨੰਬਰ 4, ਆਰੀਆ ਸਮਾਜ ਵਿੱਚ। ਗੁਲਾਬਦਾਸੀ ਡੇਰੇ ਵਿੱਚ ਭਾਈ ਜਵਾਹਰ ਸਿੰਘ ਕਪੂਰ ਆਪ ਦੇ ਸਮਕਾਲੀ ਤੇ ਗੁਰਭਾਈ ਸਨ, ਪਰੰਤੂ ਛੇਤੀ ਹੀ ਉਹਨਾਂ ਦਾ ਮਨ ਇਸ ਮੱਤ ਤੋਂ ਫਿਰ ਗਿਆ। ਸਵਾਮੀ ਦਇਆਨੰਦ ਦੇ ਪੰਜਾਬ ਆਉਣ ਪਰ ਉਹ ਆਰੀਆ ਸਮਾਜੀ ਵੱਲ ਖਿੱਚੇ ਗਏ ਅਤੇ ਇਤਨਾ ਵਧੇਰੇ ਅਸਰ ਕਬੂਲਿਆ ਕਿ ਪੱਕੇ ਆਰੀਆ ਸਮਾਜੀ ਬਣ ਗਏ। ਨਾ ਕੇਵਲ ਉਹਨਾਂ ਨੇ ਆਰੀਆ ਸਮਾਜ ਦੇ ਖਿਆਲਾਂ ਨੂੰ ਹੀ ਅਪਣਾਇਆ, ਸਗੋਂ ਉਸ ਦੀ ਜਥੇਬੰਦੀ ਤੇ ਪ੍ਰਚਾਰ ਲਈ ਵੀ ਅੱਗੇ ਹੋ ਕੇ ਕੰਮ ਕਰਨ ਲੱਗੇ ਅਤੇ ਪੰਜਾਬ ਵਿੱਚ ਆਰੀਆ ਸਮਾਜੀ ਜਥੇਬੰਦੀ ਦੇ ਸਕੱਤਰ ਬਣ ਗਏ। ਗਿਆਨੀ ਦਿੱਤ ਸਿੰਘ ਜੀ ਦਾ ਆਪਣੇ ਇਸ ਗੁਰਭਾਈ ਨਾਲ ਗੂੜ੍ਹਾ ਪਿਆਰ ਸੀ, ਇਸ ਲਈ ਫਕੀਰੀ ਬਾਣੇ ਵਿੱਚ ਹੀ ਉਹ ਉਹਨਾਂ ਨੂੰ ਮਿਲਣ ਲਈ ਲਾਹੌਰ ਆਉਂਦੇ ਜਾਂਦੇ ਰਹਿੰਦੇ। ਆਖਰ ਉਹਨਾਂ ਦੇ ਆਰੀਆ ਸਮਾਜੀ ਖਿਆਲਾਂ ਦਾ ਇਹਨਾਂ ਨੇ ਵੀ ਅਸਰ ਕਬੂਲਿਆ। ਸਵਾਮੀ ਦਇਆਨੰਦ ਜਦ 1877 ਈਸਵੀ ਵਿੱਚ ਲਾਹੌਰ ਆਏ ਤਾਂ ਭਾਈ ਜਵਾਹਰ ਸਿੰਘ ਨੇ ਗਿਆਨੀ ਦਿੱਤ ਸਿੰਘ ਦੀ ਉਹਨਾਂ ਨਾਲ ਮੁਲਾਕਾਤ ਕਰਵਾਈ। ਸਵਾਮੀ ਜੀ ਇਸ ਮੁਲਾਕਾਤ ਵਿੱਚ ਗਿਆਨੀ ਜੀ ਦੀ ਸਿਆਣਪ ਤੇ ਧਾਰਮਿਕ ਸੋਝੀ ਦਾ ਲੋਹਾ ਮੰਨਣਾ ਪਿਆ ਸੀ। ਪ੍ਰੋਫੈਸਰ ਬਣਨਾ। ਲਾਹੌਰ ਵਿੱਚ ਗਿਆਨੀ ਜੀ ਦਾ ਬਹੁਤ ਮਾਣ ਕੀਤਾ ਗਿਆ। ਪ੍ਰੋਫੈਸਰ ਗੁਰਮੁਖ ਸਿੰਘ ਭਾਈ ਜਵਾਹਰ ਸਿੰਘ ਦੀ ਪ੍ਰੇਰਨਾ ਨਾਲ ਉਹਨਾਂ ਨੇ ਸਾਧੂ ਬਾਣਾ ਤਿਆਗ ਕੇ ਇੱਥੇ ਹੀ ਡੇਰੇ ਲਾ ਦਿੱਤੇ ਅਤੇ ਸਿੱਖ ਬਣ ਕੇ ਓਰੀਐਂਟਲ ਕਾਲਜ ਵਿੱਚ ਦਾਖਲ ਹੋ ਕੇ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ। ਗਿਆਨੀ ਜੀ ਦੀ ਯੋਗਤਾ ਦਾ ਪ੍ਰਭਾਵ ਕਾਲਜ ਦੇ ਪ੍ਰਿੰਸੀਪਲ 'ਤੇ ਬਹੁਤ ਚੰਗਾ ਪਿਆ ਸੀ, ਇਸ ਲਈ ਆਪ ਓਰੀਐਂਟਲ ਕਾਲਜ ਵਿੱਚ ਹੀ ਪ੍ਰੋਫੈਸਰ ਬਣ ਗਏ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਤੋਂ ਉਹਨਾਂ ਨੂੰ ਸਿੱਖ ਪੰਥੀ ਸੇਵਾ ਦੀ ਲਗਨ ਲੱਗੀ। ਇਸ ਬਾਰੇ ਚਰਚਾ ਅਸੀਂ ਅੱਗੇ ਜਾ ਕੇ ਦੱਸਾਂਗੇ। ਨੰਬਰ 5, ਸਿੰਘ ਸਭਾ ਲਹਿਰ ਦੀ ਚੜ੍ਹਤ। ਸਿੱਖ ਰਾਜ ਪਿੱਛੋਂ ਈਸਾ ਮਸੀਹ ਦੇ ਪ੍ਰਚਾਰਕਾਂ ਸਿੱਖਾਂ ਵਿੱਚ ਪੱਥਤਾ ਦੀ ਲਹਿਰ ਸ਼ੁਰੂ ਕੀਤੀ ਅਤੇ 1870 ਨੂੰ ਆਰੀਆ ਸਮਾਜੀ ਵੀ ਉਹਨਾਂ ਨਾਲ ਆਣ ਰਲੇ। ਆਰੀਆ ਸਮਾਜੀਆਂ ਨੂੰ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੈਰ ਧਰਨ ਲਈ ਸਿੱਖਾਂ ਨੇ ਹੀ ਥਾਂ ਦਿੱਤੀ। 1877 ਈਸਵੀ ਜਦ ਸਵਾਮੀ ਦਇਆਨੰਦ ਲਾਹੌਰ ਆਇਆ ਤਾਂ ਲਾਹੌਰ ਦੇ ਸਿੱਖਾਂ ਨੇ ਉਹਨਾਂ ਦਾ ਗੁਰਦੁਆਰਾ ਬੌਲੀ ਸਾਹਿਬ ਵਿਖੇ ਸਵਾਗਤ ਕੀਤਾ ਅਤੇ ਗੁਰਦੁਆਰੇ ਦੀ ਸਟੇਜ ਤੋਂ ਲੈਕਚਰ ਕਰਵਾਇਆ। ਇੰਨੀ ਦਿਨੀ ਸ੍ਰੀ ਅੰਮ੍ਰਿਤਸਰ ਦੇ ਸਿੱਖਾਂ ਨੇ ਮਲਵਈ ਬੁੰਗੇ ਵਿੱਚ ਘੰਟਾ ਘਰ ਦੇ ਪਲੇਟਫਾਰਮ 'ਤੇ ਜਲਸਿਆਂ ਦਾ ਪ੍ਰਬੰਧ ਕਰਕੇ ਸਵਾਮੀ ਦਇਆਨੰਦ ਦੇ ਲੈਕਚਰ ਕਰਵਾਏ। ਸਵਾਮੀ ਦਇਆਨੰਦ ਨੇ ਸਿੱਖਾਂ ਦੇ ਇਸ ਮਿਲਵਰਤਨ ਤੋਂ ਉਤਸ਼ਾਹਿਤ ਹੋ ਕੇ ਸਾਰੇ ਪੰਜਾਬ ਦਾ ਦੌਰਾ ਕੀਤਾ
ਅਤੇ ਉਹ ਜਿੱਥੇ ਵੀ ਗਏ ਸਿੱਖਾਂ ਨੇ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਸਾਰੇ ਸ਼ਹਿਰਾਂ ਦੇ ਸਿਰਕਰਦਾ ਸਿੱਖ ਸਵਾਮੀ ਦਇਆਨੰਦ ਦੀ ਲਹਿਰ ਨੂੰ ਇੱਕ ਸੁਧਾਰਕ ਲਹਿਰ ਸਮਝ ਕੇ ਉਸ ਦਾ ਮਿਲਵਰਤਨ ਕਰਨ ਲੱਗੇ। ਇਸ ਤਰ੍ਹਾਂ ਆਰੀਆ ਸਮਾਜੀ ਗੱਲਬਾਤ ਸਿੱਖਾਂ ਦੇ ਜੀਵਨ ਪਰ ਛਾਉਂਦਾ ਹੋਇਆ ਨਜ਼ਰ ਆਉਣ ਲੱਗਾ। ਈਸਾਈ ਪਾਦਰੀ ਵੀ ਆਪਣਾ ਕੰਮ ਕਰ ਰਹੇ ਸਨ ਅਤੇ ਉਹ ਸਿੱਖ ਉਸ ਨੂੰ ਸਹਾਈ ਜਾ ਰਹੇ ਸਨ। ਇਸ ਤੋਂ ਵੀ ਵਧੇਰੇ ਖਰਾਬੀ ਜੋ ਸਿੱਖੀ ਨੂੰ ਘੁਣ ਵਾਂਗ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ, ਗੁਰੂ ਡੰਮ ਦੀ ਸੀ। ਸਿੱਖਾਂ ਦੀ ਕੋਈ ਪ੍ਰਤੀਨਿਧ ਜਮਾਤ ਨਾ ਹੋਣ ਕਰਕੇ ਬੇਦੀਆਂ ਤੇ ਸੋਢੀਆਂ ਦੇ ਕੁਝ ਸਿਰਕਰਦਾ ਆਦਮੀ ਖੁੱਲ੍ਹਮ ਖੁੱਲ੍ਹੀ ਮਨਮਤ ਕਰ ਰਹੇ ਸਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪ ਗੱਦੀਆਂ ਲਾ ਕੇ ਬੈਠਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਆਪ ਮੱਥੇ ਟਿਕਵਾਉਂਦੇ ਅਤੇ ਆਪਣੀ ਚਰਨਾ ਮੱਤ ਸੰਗਤ ਨੂੰ ਦਿੰਦੇ। ਇਹ ਖਰਾਬੀ ਸਿੱਖਾਂ ਦੇ ਕੌਮੀ ਜੀਵਨ ਅਤੇ ਪੰਥਕ ਕਰੈਕਟਰ ਨੂੰ ਤੇਜ਼ੀ ਨਾਲ ਖਤਮ ਕਰਦੀ ਜਾ ਰਹੀ ਸੀ। ਸਿੱਖੀ ਲਈ ਇਹ ਤਿੰਨ ਖਤਰੇ ਹਰ ਨਵੇਂ ਸੂਰਜ ਦੀ ਚੜ੍ਹਤ ਨਾਲ ਵਧੇਰੇ ਭਿਆਨਕ ਹੋ ਰਹੇ ਸਨ, ਪਰੰਤੂ ਸਿੱਖ ਗਹਿਰੀ ਨੀਂਦ ਸੁੱਤੇ ਘਰਾੜੇ ਮਾਰ ਰਹੇ ਸਨ। ਇਹ ਗੁਰੂ ਦੀ ਦਇਆ ਸਮਝਣੀ ਚਾਹੀਦੀ ਹੈ ਕਿ ਜਿਸ ਨੇ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਲੈ ਕੇ ਆਂਦੀਆਂ ਜਿਨ੍ਹਾਂ ਨਾਲ ਸਿੱਖ ਕੌਮ ਟੁੰਬੀ ਗਈ ਅਤੇ ਕੁਝ ਪੰਥਕ ਸੇਵਕ ਮੈਦਾਨ ਵਿੱਚ ਨਿਕਲ ਕੇ ਵਿਰੋਧੀ ਪ੍ਰਚਾਰ ਦਾ ਖੰਡਨ ਕਰਦੇ ਹੋਏ ਸਿੱਖੀ ਪ੍ਰਚਾਰ ਲਈ ਜੁਟ ਗਏ। 1878 ਈਸਵੀ ਵਿੱਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ 4 ਸਿੱਖ ਵਿਦਿਆਰਥੀਆਂ ਆਇਆ ਸਿੰਘ, ਸਾਧੂ ਸਿੰਘ ਅਤਰ ਅਤੇ ਆਦਿ ਇੱਕ ਪਾਦਰੀ ਦੇ ਹੱਥ ਚੜ੍ਹ ਕੇ ਈਸਾਈ ਹੋਣ ਲਈ ਤਿਆਰ ਹੋ ਗਏ, ਜਿਸ ਨਾਲ ਸਿੱਖਾਂ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਸਿਰਕਰਦਾ ਸਿੱਖਾਂ ਨੇ ਪਹਿਲੀ ਵਾਰ ਇਸ ਗੱਲ ਦਾ ਖਤਰਾ ਅਨੁਭਵ ਕੀਤਾ ਤੇ ਉਹਨਾਂ ਦੀ ਅਣਗਹਿਲੀ ਸਿੱਖੀ ਨੂੰ ਖਤਮ ਕਰ ਰਹੀ ਹੈ। ਵਿਦਿਆਰਥੀਆਂ ਨੂੰ ਸਮਝਾ ਬੁਝਾ ਕੇ ਪਤਿਤ ਹੋਣ ਤੋਂ ਬਚਾ ਲਿਆ। ਹਾਲਾਂ ਇਹ ਕਰਾਰੀ ਚੋਟ ਤਾਜੀ ਸੀ। ਇਸ ਦੀ ਪੀੜਾ ਸਿੱਖੀ ਦੀ ਆਤਮਾ ਨੂੰ ਤੜਪਾ ਹੀ ਰਹੀ ਸੀ। ਜੋ ਇੱਕ ਪੰਡਿਤ ਸ਼ਰਧਾ ਰਾਮ ਫਲੋਰੀ ਨੇ ਅੰਮ੍ਰਿਤਸਰ ਆ ਕੇ ਸ੍ਰੀ ਦਰਬਾਰ ਸਾਹਿਬ ਦੀਆਂ ਹੱਦਾਂ ਅੰਦਰ ਗੁਰੂ ਦੇ ਬਾਗ ਵਿੱਚ ਇੱਕ ਜਲਸੇ ਵਿੱਚ ਲੈਕਚਰ ਦਿੱਤਾ। ਇਸ ਲੈਕਚਰ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਬਹੁਤ ਕੁਝ ਅਯੋਗ ਗੱਲਾਂ ਕਹੀਆਂ ਗਈਆਂ, ਪਰੰਤੂ ਜਲਸੇ ਵਿੱਚੋਂ ਕਿਸੇ ਨੇ ਉਸ ਪਰ ਕਿੰਤੂ ਨਹੀਂ ਕੀਤੀ। ਇਹਨਾਂ 2 ਖਬਰਾਂ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਦੀ ਆਤਮਾ ਨੂੰ ਵੰਗਾਰਿਆ ਅਤੇ ਉਹਨਾਂ ਨੇ ਸਾਰੀ ਹਾਲਤ ਪਰ ਵਿਚਾਰ ਕਰਨ ਲਈ ਅੱਸੂ ਸੁਦੀ 10 ਸੰਮਤ 1830 ਬਿਕਰਮੀ ਨੂੰ ਅੰਮ੍ਰਿਤਸਰ ਵਿਖੇ ਸਿੱਖਾਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਪ੍ਰਤੀਨਿਧਾਂ ਦੀ ਇੱਕ ਭਾਰੀ ਇਕੱਤਰਤਾ ਸੱਦੀ। ਇਸ ਇਕੱਠ ਵਿੱਚ ਗੁਰਦੁਆਰਿਆਂ ਦੇ ਪੁਜਾਰੀ, ਗਿਆਨੀ, ਗ੍ਰੰਥੀ, ਉਦਾਸੀ ਅਤੇ ਨਿਰਮਲੇ ਸਿੱਖਾਂ ਤੋਂ ਇਲਾਵਾ ਕੁਝ ਖਾਨਦਾਨੀ ਰਈਸ ਵੀ ਸ਼ਾਮਲ ਹੋਏ। ਇਹ ਇਕੱਤਰਤਾ ਹੀ ਸਿੰਘ ਸਭਾ ਦਾ ਜਨਮ ਸਾਬਤ ਹੋਈ। ਅੰਮ੍ਰਿਤਸਰ ਵਿੱਚ ਸਿੰਘ ਸਭਾ ਬਣਾਉਣ ਦਾ ਗੁਰਮਤਾ ਸੋਧਿਆ ਗਿਆ ਅਤੇ ਗਿਆਨੀ ਗਿਆਨ ਸਿੰਘ ਜੀ ਸਕੱਤਰ ਬਣਾਏ ਗਏ। ਇਸ ਸਭਾ ਦੇ ਬਣਨ ਨਾਲ ਸਿੱਖਾਂ ਵਿੱਚ ਕੁਝ ਜਾਗਰਤ ਆਉਣ ਲੱਗੀ, ਪਰੰਤੂ ਜਿਹਾ ਕੁ ਤੁਸੀਂ ਉੱਪਰ ਪੜ੍ਹ ਆਏ ਹੋ ਕਿ ਆਰੀਆ ਸਮਾਜੀਆਂ ਦਾ ਜਾਦੂ ਸਿੱਖਾਂ ਪਰ ਹਾਲਾਂ ਵੀ ਚੱਲ ਰਿਹਾ ਸੀ। ਆਓ ਵੇਖੀਏ ਉਹ ਕਿਸ ਤਰ੍ਹਾਂ ਖਤਮ ਹੁੰਦਾ ਹੈ। ਸਵਾਮੀ ਦਇਆਨੰਦ ਨੇ ਆਪਣੇ ਗ੍ਰੰਥ ਸੱਤਿਆ ਆਰਥ ਪ੍ਰਕਾਸ਼ ਵਿੱਚ ਸਿੱਖ ਗੁਰੂ ਸਾਹਿਬਾਨ ਸੰਬੰਧੀ ਕੁਝ ਨਾਮਾਕੂਲ ਗੱਲਾਂ ਲਿਖੀਆਂ ਸਨ। ਜਦ ਸਿੱਖਾਂ ਨੇ ਨੋਟਿਸ ਵਿੱਚ ਇਹ ਗੱਲ ਆਈ ਤਾਂ ਉਹਨਾਂ ਨੇ ਸਵਾਮੀ ਜੀ ਦਾ ਧਿਆਨ ਇਸ ਗਲਤੀ ਵੱਲ ਦਿਵਾਉਣ ਦਾ ਯਤਨ ਕੀਤਾ। ਅਜਮੇਰ ਡਿਵੀਜ਼ਨ ਨੇ ਸਬ ਇੰਜੀਨੀਅਰ ਸਰਦਾਰ ਭਗਤ ਸਿੰਘ ਨੇ ਇੱਕ ਪੱਤਰ ਲਿਖ ਕੇ ਸਵਾਮੀ ਹੁਰਾਂ ਤੋਂ ਇਤਰਾਜ਼ਯੋਗ ਹਿੱਸੇ ਘੱਟ ਦੇਣ ਦੀ ਮੰਗ ਕੀਤੀ। ਸਵਾਮੀ ਜੀ ਨੇ ਉੱਤਰ ਵਿੱਚ ਲਿਖਿਆ ਕਿ ਇਹ ਗੱਲਾਂ ਉਹਨਾਂ ਨੇ ਪੰਜਾਬ ਦੇ ਦੌਰੇ ਤੋਂ ਪਹਿਲਾਂ ਗਲਤਫਹਿਮੀ ਦੀ ਬਿਨਾਂ ਪਰ ਲਿਖੀਆਂ ਸਨ ਅਤੇ ਨਵੀਂ ਐਡੀਸ਼ਨ ਵਿੱਚ ਉਹ ਕੱਟ ਦੇਣਗੇ। ਇਹ ਉੱਤਰ ਨਾਲ ਸਿੱਖਾਂ ਦੀ ਕਿਸੇ ਹੱਦ ਤੱਕ ਤਸੱਲੀ ਹੋ ਗਈ, ਪਰੰਤੂ ਅਗਲੀ ਐਡੀਸ਼ਨ ਛਪਣ ਤੋਂ ਪਹਿਲਾਂ ਹੀ 30 ਅਕਤੂਬਰ 1883 ਨੂੰ ਸਵਾਮੀ ਦਇਆਨੰਦ ਜੀ ਚੱਲ ਵਸੇ ਅਤੇ ਹੋਰ ਸਿਰਕਰਦਾ ਆਰੀਆ ਸਮਾਜੀਆਂ ਨੇ ਇਸ ਪਾਸੇ ਵੱਲ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਸਿੱਖਾਂ ਦੇ ਵਿੱਚ ਗੁੱਸੇ ਦੀ ਇੱਕ ਲਹਿਰ ਪੈਦਾ ਹੋ ਗਈ। ਇਸ ਗੁੱਸੇ ਦੀ ਅੱਗ ਪਰ ਤੇਲ ਪਾਉਣ ਵਾਲੀ ਇੱਕ ਹੋਰ ਘਟਨਾ ਐਤਵਾਰ 25 ਨਵੰਬਰ 1888 ਨੂੰ ਲਾਹੌਰ ਦੇ ਗੌਰਮੈਂਟ ਕਾਲਜ ਦੇ ਪ੍ਰੋਫੈਸਰ ਗੁਰੂ ਦੱਤ M.A. ਲਾਲਾ ਮੁਰਲੀਧਰ ਅਤੇ ਕੁਝ ਹੋਰ ਆਰੀਆ ਸਮਾਜੀ ਪ੍ਰਚਾਰਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹੋਰ ਗੁਰੂ ਸਾਹਿਬਾਨ ਦਾ ਮੁਕਾਬਲਾ ਸਵਾਮੀ ਦਇਆਨੰਦ ਨਾਲ ਕਰਦੇ ਹੋਏ ਉਹ ਸ਼ਬਦ ਆਖੇ ਕਿ ਜੋ ਉਹਨਾਂ ਨੂੰ ਆਖਣੇ ਨਹੀਂ ਸ਼ੋਭਦੇ ਸਨ।
ਇਹ ਤਕਰੀਰਾਂ ਕੀ ਸਨ? ਸਿੱਖਾਂ ਦੀ ਨੀਂਦਰ ਖਤਮ ਕਰਨ ਲਈ ਜ਼ਬਰਦਸਤ ਹਲੂਣਾ ਸਨ। ਨਾ ਕੇਵਲ ਸਿੱਖਾਂ ਸਗੋਂ ਸਿਆਣੇ ਹਿੰਦੂਆਂ ਨੇ ਵੀ ਇਹਨਾਂ ਨੂੰ ਬਹੁਤ ਬੁਰਾ ਮਨਾਇਆ। ਅਗਲੇ ਐਤਵਾਰ ਅਰਥਾਤ 2 ਦਸੰਬਰ 1888 ਨੂੰ ਗੁਰਦੁਆਰਾ ਬੌਲੀ ਸਾਹਿਬ ਵਿੱਚ ਇੱਕ ਭਾਰੀ ਪਬਲਿਕ ਜਲਸਾ ਇੱਕ ਹਿੰਦੂ ਵੀਰ ਭਾਈ ਨੰਦ ਗੋਪਾਲ ਰਈਸੇ ਆਜ਼ਮ ਲਾਹੌਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਜਲਸੇ ਵਿੱਚ ਪ੍ਰਧਾਨ ਤੋਂ ਬਿਨਾਂ ਗਿਆਨੀ ਦਿੱਤ ਸਿੰਘ ਜੀ, ਲਾਲਾ ਲਾਡਨੀ ਪ੍ਰਸਾਦ ਅਤੇ ਭਾਈ ਜਵਾਹਰ ਸਿੰਘ ਕਪੂਰ ਨੇ ਜ਼ਬਰਦਸਤ ਤਕਰੀਰਾਂ ਵਿੱਚ ਆਰੀਆ ਸਮਾਜੀਆਂ ਦੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵਿਰੁੱਧ ਕੁਵਚਨਾਂ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਡਾਕਟਰ ਨਰੈਣ ਸਿੰਘ ਦੇ ਪੇਸ਼ ਕਰਨ ਅਤੇ ਸਰਦਾਰ ਵਧਾਵਾ ਸਿੰਘ ਅਤੇ ਭਾਈ ਨਿੱਕਾ ਸਿੰਘ ਦੀ ਤਾਈਦ ਪਰ ਸਰਬਸੰਮਤੀ ਨਾਲ ਰੋਸ ਦਾ ਮਤਾ ਵੀ ਪਾਸ ਕੀਤਾ। ਇਹ ਦੀਵਾਨ ਖਾਲਸਾ ਦੀਵਾਨ ਲਾਹੌਰ ਦੀ ਛਤਰਛਾਇਆ ਹੇਠ ਹੋਇਆ ਸੀ। ਇੱਥੇ ਇਹ ਗੱਲ ਦੱਸ ਦੇਣੀ ਜ਼ਰੂਰੀ ਮਾਲੂਮ ਹੁੰਦੀ ਹੈ ਕਿ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਪਿੱਛੋਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਯਤਨਾਂ ਨਾਲ 1875 ਈਸਵੀ ਨੂੰ ਲਾਹੌਰ ਵਿੱਚ ਸਿੰਘ ਸਭਾ ਬਣ ਗਈ। ਇਸ ਤੋਂ ਅਗਲੇ ਸਾਲ ਇਸ ਨੂੰ ਅੰਮ੍ਰਿਤਸਰ ਸਭਾ ਦੀ ਬ੍ਰਾਂਚ ਬਣਾ ਦਿੱਤਾ ਗਿਆ, ਜਦ ਕਿ ਕੁੱਲ ਸਿੰਘ ਸਭਾਵਾਂ ਦੀ ਅਗਵਾਈ ਲਈ ਖਾਲਸਾ ਦੀਵਾਨ ਬਣਾਇਆ ਗਿਆ ਅਤੇ ਲਾਹੌਰ ਸਭਾ ਦੇ ਪ੍ਰਤੀਨਿਧ ਵੀ ਇਸ ਵਿੱਚ ਲੈ ਲਏ ਗਏ। 1885 ਈਸਵੀ ਤੱਕ ਲਾਹੌਰ ਦੇ ਅੰਮ੍ਰਿਤਸਰ ਦੇ ਲੀਡਰ ਮਿਲ ਕੇ ਕੰਮ ਕਰਦੇ ਰਹੇ, ਪਰੰਤੂ ਇਸ ਸਾਲ ਇਹਨਾਂ ਵਿੱਚ ਮਤਭੇਦ ਹੋ ਗਿਆ। ਇਹ ਮਤਭੇਦ ਦਾ ਮੂਲ ਕਾਰਨ ਇਹ ਸੀ ਕਿ ਲਾਹੌਰ ਸਭਾ ਗਿਆਨੀ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਅਗਵਾਈ ਹੇਠ ਸਿੱਖਾਂ ਵਿੱਚੋਂ ਛੂਤ-ਛਾਤ ਅਤੇ ਹੋਰ ਕ੍ਰਿਤੀਆਂ ਨੂੰ ਦੂਰ ਕਰਨਾ ਚਾਹੁੰਦੀ ਸੀ, ਪਰੰਤੂ ਅੰਮ੍ਰਿਤਸਰ ਦੇ ਸ਼ੂਦਰ ਇਸ ਲਈ ਅੰਮ੍ਰਿਤਸਰ ਦੇ ਸਰਦਾਰ ਇਸ ਲਈ ਤਿਆਰ ਨਹੀਂ ਸਨ। ਇਨ੍ਹਾਂ ਮਤਭੇਦਾਂ ਦਾ ਨਤੀਜਾ ਦੋਹਾਂ ਦੇ ਰਾਹ ਵੱਖ-ਵੱਖ ਹੋ ਗਏ ਅਤੇ ਲਾਹੌਰ ਵਾਲਿਆਂ ਅੰਮ੍ਰਿਤਸਰ ਦੇ ਖਾਲਸਾ ਦੀਵਾਨ ਤੋਂ ਸੁਤੰਤਰ ਖਾਲਸਾ ਦੀਵਾਨ ਲਾਹੌਰ ਦੀ ਸਥਾਪਨਾ ਕਰ ਲਈ, ਜਿਸ ਦੇ ਸਰਪ੍ਰਸਤ ਗਵਰਨਰ ਪੰਜਾਬ ਅਤੇ ਹਿੰਦੀ ਫੌਜਾਂ ਦੇ ਕਮਾਂਡਰ ਇਨ ਚੀਫ ਬਣਾਏ ਗਏ। ਲਾਹੌਰ ਵਿੱਚ ਆਰੀਆ ਸਮਾਜੀਆਂ ਦੇ ਉਕਤ ਗੁਰਵਿਰੋਧੀ ਪ੍ਰਚਾਰ ਨਾਲ ਸਿੱਖਾਂ ਦਾ ਰਾਹ ਆਰੀਆ ਸਮਾਜ ਨਾਲੋਂ ਵੱਖ ਹੋ ਗਿਆ ਅਤੇ ਸਿੰਘ ਸਭਾ ਲਹਿਰ ਆਪਣੇ ਪੂਰੇ ਜੋਬਨ ਵਿੱਚ ਆ ਗਈ। ਸਾਰੇ ਪੰਜਾਬ ਵਿੱਚ ਸਿੰਘ ਸਭਾਵਾਂ ਕਾਇਮ ਹੋਣ ਲੱਗ ਪਈਆਂ ਅਤੇ ਥਾਂ-ਥਾਂ ਆਰੀਆ ਸਮਾਜੀਆਂ ਦੀਆਂ ਗੁਰੂਆਂ ਵਿਰੁੱਧ ਕਾਰਵਾਈਆਂ ਦੇ ਬਰਖਲਾਫ ਗੁਰਮਤੇ ਸੋਧੇ ਜਾਣ ਲੱਗ ਪਏ। ਸਿੰਘਾਂ ਵਿੱਚ ਆਪਣੇ ਧਰਮ ਲਈ ਉਤਸ਼ਾਹ ਵੱਧ ਗਿਆ ਅਤੇ ਉਹਨਾਂ ਵਿੱਚ ਵਿਰੋਧੀਆਂ ਦੀਆਂ ਸਿੱਖ ਧਰਮ ਵਿਰੋਧੀ ਦਲੀਲਾਂ ਦੇ ਖੰਡਨ ਕਰਨ ਦੀ ਸ਼ਕਤੀ ਵਿੱਚ ਵਾਧਾ ਹੋਇਆ। ਥਾਂ-ਥਾਂ ਬਹਿਸਾਂ ਮੁਬਾਹਿਸੇ ਸ਼ੁਰੂ ਹੋ ਗਏ।